ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਕਾਲ ਦੀਆਂ ਘਟਨਾਵਾਂ ਜੋ ਕਿ ਜਨਮ ਸਾਖੀ 'ਚ ਸਾਨੂੰ ਮਿਲ ਜਾਂਦੀਆਂ ਨੇ, ਉਹਨਾਂ ਨੂੰ ਜਦੋਂ ਅਸੀਂ ਗੁਰਬਾਣੀ ਦੀ ਲਾਈਟ ਦੇ ਵਿੱਚ ਦੇਖਾਂਗੇ, ਗੁਰਬਾਣੀ ਦੀ ਲਾਈਟ ਦੇ ਵਿੱਚ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਸਮਝ ਲੱਗੂਗੀ ਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਣਾ ਕੀ ਚਾਹ ਰਹੇ ਸੀ। ਇਸ ਦੁਨੀਆ ਦੇ ਵਿੱਚ ਆਉਣਾ, ਇੱਕ ਮਨੁੱਖੀ ਜਾਮੇ ਦੇ ਵਿੱਚ ਆਉਣਾ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ, ਇਹ ਸਾਡੀ ਜ਼ਰੂਰਤ ਸੀ। ਉਹਨਾਂ ਨੇ ਸਾਡੇ ਲਈ ਇੱਕ ਆਮ ਇਨਸਾਨ ਵਾਲਾ ਜੀਵਨ ਬਿਤਾ ਕੇ, ਕਿਉਂਕਿ ਉਹ ਹਲ ਵੀ ਵਾਹੁੰਦੇ ਨੇ, ਉਹ ਮੋਦੀਖਾਨੇ 'ਚ ਨੌਕਰੀ ਵੀ ਕਰਦੇ ਨੇ, ਉਸ ਤਰੀਕੇ ਦਾ ਇੱਕ ਜੀਵਨ ਬਿਤਾ ਕੇ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਵਾਸਤੇ ਪਰੇਸ਼ਾਨ ਵੀ ਹੁੰਦੇ ਨੇ, ਹੈ ਨਾ, ਔਰ ਬਕਾਇਦਾ ਉਹਨਾਂ ਨੂੰ ਮੱਝਾਂ ਵੀ ਚਰਾਉਣੀਆਂ ਪੈਂਦੀਆਂ, ਹਰ ਤਰੀਕੇ ਦਾ ਜੋ ਇੱਕ ਆਮ ਇਨਸਾਨ ਕੰਮ ਕਰਦਾ। ਉਹ ਨਾਰਾਇਣ ਜੋ ਆਪ ਇਸ ਜੱਗ 'ਤੇ ਆਇਆ ਸੀ, ਉਹਨਾਂ ਨੇ ਸਾਨੂੰ ਉਹ ਆਪਣੇ ਉਸ ਜੀਵਨ ਸ਼ੈਲੀ ਦੇ ਵਿੱਚੋਂ ਦੀ ਉਹ ਬਕਾਇਦਾ ਉਹਨਾਂ ਘਟਨਾਵਾਂ ਦੇ ਵਿੱਚੋਂ ਦੀ ਲੰਘਾ ਕੇ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ ਕਿ ਗੁਰੂ ਨਾਨਕ ਗਿਆਨ ਕਹਿੰਦੇ ਕਿਹਨੂੰ ਨੇ, ਔਰ ਕਿਆ ਮੇਰਾ ਗਿਆਨ ਉਸ ਕਸਵੱਟੀ ਉੱਤੇ ਪੂਰਾ ਖਰਾ ਉਤਰਦਾ। ਜੇ ਤਾਂ ਗੁਰੂ ਨਾਨਕ ਦੀ ਡੈਫੀਨੇਸ਼ਨ ਦੇ ਵਿੱਚ ਮੇਰਾ ਗਿਆਨ ਫਿੱਟ ਬੈਠਦਾ, ਫਿਰ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਕਰ ਸਕਦੀ ਹਾਂ, ਅਤੇ ਜੇ ਗੁਰੂ ਨਾਨਕ ਦੀ ਕਸਵੱਟੀ ਉੱਤੇ ਮੇਰਾ ਗਿਆਨ ਖਰਾ ਨਹੀਂ ਉਤਰਦਾ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਜਿੰਨੀਆਂ ਵੀ ਗਾਲਾਂ ਨੇ ਉਹ ਸਾਰੀਆਂ ਧੀਆਂ, ਮਾਵਾਂ ਅਤੇ ਭੈਣਾਂ ਵਾਸਤੇ ਰਾਖਵੀਆਂ ਨੇ, ਅਤੇ ਜਿੰਨੀਆਂ ਵੀ ਅਸੀਸਾਂ ਨੇ ਉਹ ਸਾਰੀਆਂ ਆਦਮੀਆਂ, ਭਰਾਵਾਂ, ਪਿਤਾ, ਉਹਨਾਂ ਸਾਰਿਆਂ ਵਾਸਤੇ ਰਾਖਵੀਆਂ ਨੇ। ਕੋਈ ਭੈਣ ਜਿਹੜੀ ਆ ਉਹ ਰੱਖੜੀ ਬੰਨ੍ਹਦੀ ਹੈ ਤਾਂ ਕਹਿੰਦੇ ਜੀ, ਜਾਂ ਕੋਈ ਵੀ ਚੰਗਾ ਕੰਮ ਕਰੇ ਤਾਂ ਉਹਨੂੰ ਕਹਿੰਦੇ ਨੇ ਤੇਰੇ ਭਰਾ ਦੀ ਲੰਬੀ ਉਮਰ ਹੋਵੇ, ਰੱਬ ਤੈਨੂੰ ਵੀਰ ਦੇਵੇ। ਤਾਂ ਮੇਰਾ ਕਹਿਣ ਦਾ ਮਤਲਬ ਬਿਲਕੁਲ ਇਹ ਨਹੀਂ ਆ ਕਿ ਇਹ ਨਹੀਂ ਹੋਣਾ ਚਾਹੀਦਾ, ਪਰ ਜਦੋਂ ਵੀਰ ਕੁਛ ਚੰਗਾ ਕੰਮ ਕਰੇ ਤਾਂ ਉਹਨੂੰ ਵੀ ਤਾਂ ਫਿਰ ਇਹੀ ਕਹਿਣਾ ਚਾਹੀਦਾ ਨਾ ਕਿ ਤੇਰੀ ਭੈਣ ਦੀ ਲੰਮੀ ਉਮਰ ਹੋਵੇ, ਰੱਬ ਤੈਨੂੰ ਭੈਣ ਦੇਵੇ। ਆਪਾਂ ਇਹ ਗੱਲਾਂ ਕਹਿਣ ਤੋਂ ਡਰਦੇ ਹਾਂ, ਇਹ ਡਿਸਪੈਰਿਟੀ ਆ। ਹੁਣ ਆਪਣੇ ਆਪ ਦੇ ਵਿੱਚ ਇਹ ਸੋਚਦੇ ਜਾਇਓ ਜੇ ਪੂਰਾ ਹਫ਼ਤਾ ਕਿ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਗਾਲ ਕੱਢੀ ਆ, ਆਪਣੇ ਦਿਲ 'ਚ ਚਾਹੇ ਕੱਢੀ ਹੋਵੇ, ਪਰ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਗਾਲ ਕੱਢੀ ਔਰ ਉਹ ਧੀ, ਮਾਂ ਤੇ ਭੈਣ ਦੀ ਗਾਲ ਸੀਗੀ, ਔਰ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਅਸੀਸ ਦਿੱਤੀ ਹੈ ਅਤੇ ਉਹ ਭੈਣ, ਉਹ ਭਰਾ ਦੀ ਜਾਂ ਉਹਦੇ ਪਤੀ ਦੀ ਜਾਂ ਉਹਦੇ ਪਿਤਾ ਦੇ ਵਾਸਤੇ ਅਸੀਸ ਸੀਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਅੱਜ ਤੱਕ ਦੇ ਜੋ ਆਪਾਂ ਐਪੀਸੋਡ ਕਰ ਰਹੇ ਸੀਗੇ, ਪਿਛਲੇ ਕੁਝ ਐਪੀਸੋਡਸ ਦੇ ਵਿੱਚ ਖਾਸ ਤੌਰ 'ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਰਹੇ ਸੀ। ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਕਰਮ ਕਾਂਡਾਂ ਤੋਂ ਅਸਲ 'ਚ ਗੱਲ ਸ਼ੁਰੂ ਹੋਈ ਸੀ, ਪਰ ਹੌਲੀ ਫਿਰ ਆਪਾਂ ਅਰਦਾਸ 'ਤੇ ਆ ਗਏ ਔਰ ਅਸੀਂ ਇਸ ਗੱਲ 'ਤੇ ਸਿੱਟੇ 'ਤੇ ਪਹੁੰਚੇ ਸੀ ਕਿ ਜੇਕਰ ਸਿੱਖਾਂ ਨੇ ਬਹੁਤਾ ਕੁਛ ਨਹੀਂ ਤਾਂ ਅਰਦਾਸ ਨੂੰ ਹੀ ਆਪਣੇ ਮਨ ਦੇ ਵਿੱਚ ਸਮਝ ਕੇ ਵਸਾਇਆ ਹੁੰਦਾ, ਤਾਂ ਜਿੰਨੀ ਵਾਰੀ ਅਸੀਂ ਆਪਾਂ ਅਰਦਾਸ ਕਰਦੇ ਉਨੀ ਵਾਰੀ ਅਸੀਂ ਗੁਰੂ ਨੂੰ ਉਸ ਤਰੀਕੇ ਨਾਲ ਉਹਨਾਂ ਦੇ ਇਕੱਲੇ ਅੱਖਰ ਨੂੰ ਅਰਦਾਸ ਦੇ ਥਰੂ ਆਪਣੇ ਅੰਦਰ ਵਸਾਇਆ ਹੁੰਦਾ, ਵਸਾਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਸਿੱਖਾਂ ਦੀ ਜੋ ਅੱਜ ਸਥਿਤੀ ਹੈ ਉਹ ਨਹੀਂ ਸੀ ਹੋਣੀ। ਅਸੀਂ ਆਪਣੇ ਗੁਰੂ ਤੋਂ ਇੰਨੀ ਬੁਰੀ ਤਰ੍ਹਾਂ ਨਾਲ ਬੇਮੁਖ ਨਹੀਂ ਸੀ ਹੋਣਾ। ਖੈਰ, ਫਿਰ ਵੀ ਆਪਾਂ ਚੱਲਦੇ ਗਏ ਔਰ ਉਸੇ ਰਸਤੇ 'ਤੇ ਚੱਲਦਿਆਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਦੇ ਉੱਤੇ ਆ ਗਏ। ਪਿਛਲੇ ਕੁਛ ਜਿਹੜੇ ਐਪੀਸੋਡ ਸੀਗੇ, 2-3 ਐਪੀਸੋਡਸ ਤੋਂ ਆਪਾਂ ਗੁਰੂ ਨਾਨਕ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਅਰਦਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਗੁਰੂ ਨਾਨਕ ਲਈ ਧਿਆਏ, ਤਾਂ ਉਦੋਂ ਸਾਡੇ ਦਿਲ 'ਚ ਆਉਣਾ ਕੀ ਚਾਹੀਦਾ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀ ਕਰਨੀ ਹੈ, ਅਸੀਂ ਉਹਨਾਂ ਕੋਲੋਂ ਕਿਹੜੇ ਜਿਹੜੇ ਟਰੇਟਸ ਨੇ ਉਹ ਮੰਗਣੇ ਹੈ, ਕੀ ਉਹਨਾਂ ਕੋਲੋਂ ਮੰਗਣਾ ਹੈ, ਤਾਂ ਕਿ ਸਾਡਾ ਜਿਹੜਾ ਕਿਰਦਾਰ ਹੈ ਉਹ ਕਿਰਦਾਰੇ ਖਾਲਸਾ ਹੋ ਜਾਏ, ਜਾਂ ਅਸੀਂ ਕਿਰਦਾਰੇ ਖਾਲਸਾ ਵੱਲ ਵੱਧ ਜਾਈਏ। ਸਾਡਾ ਕਿਰਦਾਰ ਦੇ ਵਿੱਚ ਅਸੀਂ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਉਣੀਆਂ, ਤਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਇਹ ਸਮਝਣਾ ਕਿ ਗੁਰੂ ਨਾਨਕ ਨੇ ਸਾਨੂੰ ਨਿਯਮ ਕੀ ਦਿੱਤੇ ਨੇ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ, ਔਰ ਇਹ ਗੱਲ ਮੈਂ ਪਹਿਲੇ ਦੇਣੀ ਕਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਸਮਝਣ ਦੇ ਲਈ ਇੱਕ ਜਨਮ ਪੂਰਾ ਜਿਹੜਾ ਉਹ ਘੱਟ ਪੈ ਸਕਦਾ। ਬਹੁਤ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਬਾਰੇ ਸੋਚਿਆ ਕਿ ਮੈਂ ਕੁਛ ਲਿਖੂੰਗੀ, ਤਾਂ ਮੈਂ ਇੱਕ ਕਿਤਾਬ ਸ਼ੁਰੂ ਕੀਤੀ। ਤਾਂ ਉਸ ਕਿਤਾਬ ਦੇ ਜਿਹੜੇ ਚੈਪਟਰਸ ਮੈਂ ਬਣਾਉਂਦੀ ਸੀਗੀ ਅਤੇ ਇੱਕ ਰਫ ਆਊਟਲਾਈਨ ਦਿੰਦੀ ਸੀ, ਤਾਂ ਪਹਿਲਾਂ ਮੈਂ ਸੋਚਿਆ ਕਿ 10 ਚੈਪਟਰਾਂ ਦੀ ਕਿਤਾਬ ਦੇ ਵਿੱਚ ਮੈਂ ਕੰਮ ਕਰੂੰਗੀ। ਫਿਰ ਉਹ ਹੌਲੀ ਵਧੇ 16 ਹੋ ਗਏ, ਫਿਰ ਉਹ 20 ਹੋ ਗਏ, ਫਿਰ ਉਹ 22 ਹੋ ਗਏ, ਔਰ ਐਟ ਦੀ ਐਂਡ ਮੈਂ ਸੋਚਿਆ ਕਿ ਨਹੀਂ ਕਿਰਨ, ਸਾਰੀ ਜ਼ਿੰਦਗੀ ਵੀ ਅਗਰ ਲੱਗੇ ਰਹੋਗੇ, ਸਾਰੀ ਜ਼ਿੰਦਗੀ ਵੀ ਅਗਰ ਲਿਖਦੀ ਰਹੇਂਗੀ ਨਾ, ਤਦ ਵੀ ਗੁਰੂ ਨਾਨਕ ਨੂੰ, ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਜੀਵਨ ਕਾਲ ਨੂੰ
ਇਕੱਠਿਆਂ ਸਮਝ ਲੈਣਾ, ਸਮਾ ਲੈਣਾ ਔਰ ਕਿਸੇ ਇੱਕ ਕਿਤਾਬ, ਇੱਕ ਪੀਸ ਆਫ ਲਿਟਰੇਚਰ ਦੇ ਵਿੱਚ ਦੱਸ ਦੇਣਾ ਸੰਭਵ ਨਹੀਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਅਗਰ ਪੈਰ ਦੇ ਨੂੰਹ ਨੂੰ ਵੀ ਸਮਝਣਾ ਹੋਵੇ ਨਾ, ਉਹਨਾਂ ਜਿੰਨਾ ਵੀ ਸਮਝਣਾ ਹੋਵੇ, ਉਹਨਾਂ ਦੀ ਪੂਰੀ ਵਿਸ਼ਾਲ ਵਿਅਕਤਿਤਵ ਦੇ ਵਿੱਚੋਂ, ਅਗਰ ਇਹ ਮੇਰੇ ਆਪਣੇ ਅਨੁਭਵ ਦੇ ਵਿੱਚੋਂ ਗੱਲਾਂ ਨਿਕਲੀਆਂ ਹੋਈਆਂ ਨੇ ਕਿ ਉਹਨਾਂ ਦੇ ਪੂਰੇ ਵਿਸ਼ਾਲ ਵਿਅਕਤਿਤਵ ਦੇ ਵਿੱਚੋਂ ਅਗਰ ਉਹਨਾਂ ਦੇ ਪੈਰ ਦੇ ਨੂੰਹ ਨੂੰ ਵੀ ਸਮਝਣਾ ਹੋਵੇ ਤਾਂ ਸ਼ਾਇਦ ਇੱਕ ਪੂਰਾ ਜਨਮ ਹੋਰ ਲੱਗੂਗਾ। ਤਾਂ ਇਸ ਕਰਕੇ ਪਰ ਫਿਰ ਵੀ ਆਪਾਂ ਜਿੱਦਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਪਾਂ ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਪੈਰਾਂ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਇਹ ਉਹਨਾਂ ਦੇ ਵੱਲ ਨੂੰ ਕਦਮ ਵਧਾਈ ਚੱਲੀਏ। ਕਦੀ ਨਾ ਕਦੀ ਤਾਂ ਪਾਤਸ਼ਾਹ ਟੁੱਟਣਗੇ ਨਾ, ਕਦੀ ਨਾ ਕਦੀ ਤਾਂ ਉਹ ਸਾਨੂੰ ਗੱਲ ਨਾਲ ਲਾਉਣਗੇ। ਵੈਸੇ ਅਸੀਂ ਉਹਨਾਂ ਦੇ ਵੱਲੋਂ ਕਦੀ ਕੋਈ ਕਮੀ ਨਹੀਂ ਰਹੀ, ਕਮੀ ਸਾਡੇ ਵੱਲੋਂ ਆ, ਕਿਉਂਕਿ ਅਸੀਂ ਉਹਨਾਂ ਦੇ ਵੱਲ ਕਦੀ ਹੱਥ ਵਧਾਇਆ ਹੀ ਨਹੀਂ। ਔਰ ਉਹਨਾਂ ਵੱਲ ਹੱਥ ਵਧਾਉਣ ਦਾ, ਉਹਨਾਂ ਵੱਲ ਦੇਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਆ ਕਿ ਅਸੀਂ ਉਹਨਾਂ ਦੀ ਬਾਣੀ, ਉਹਨਾਂ ਦੇ ਜਿਹੜੇ ਉਹਨਾਂ ਨੇ ਸਾਡੇ ਲਈ ਨਿਯਮ ਨਿਰਧਾਰਿਤ ਕੀਤੇ ਨੇ, ਉਹਨਾਂ ਉੱਤੇ ਚੱਲੀਏ ਔਰ ਉਹਨਾਂ ਦੀ ਬਾਣੀ ਨੂੰ ਆਪਣੇ ਨਾ ਸਿਰਫ ਆਪਣੇ ਦਿਲ ਪਰ ਆਪਣੇ ਜੀਵਨ ਦੇ ਵਿੱਚ ਵੀ ਅਪਣਾ ਲਈਏ। ਸੋ ਪਿਛਲੇ ਕੁਝ ਐਪੀਸੋਡਸ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਧਰਮਾਂ ਦੇ ਨਿਯਮਾਂ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡੇ ਧਰਮ ਦਾ, ਸਿੱਖ ਧਰਮ ਦਾ ਉਹਨਾਂ ਨੇ ਨਿਯਮ ਕੀ ਨਿਰਧਾਰਿਤ ਕੀਤੇ ਨੇ। ਤਾਂ ਇਹ ਗੱਲ ਆਪਾਂ, ਔਰ ਮੈਂ ਹਮੇਸ਼ਾ ਵੈਸੇ ਕਹੀ ਹੈ ਪਰ ਇਹ ਗੱਲ ਆਪਾਂ ਸਮਝੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਕਾਲ ਦੀਆਂ ਘਟਨਾਵਾਂ ਜੋ ਕਿ ਜਨਮ ਸਾਖੀ 'ਚ ਸਾਨੂੰ ਮਿਲ ਜਾਂਦੀਆਂ ਨੇ, ਉਹਨਾਂ ਨੂੰ ਜਦੋਂ ਅਸੀਂ ਗੁਰਬਾਣੀ ਦੀ ਲਾਈਟ ਦੇ ਵਿੱਚ ਦੇਖਾਂਗੇ, ਗੁਰਬਾਣੀ ਦੀ ਲਾਈਟ ਦੇ ਵਿੱਚ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਸਮਝ ਲੱਗੂਗੀ ਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਣਾ ਕੀ ਚਾਹ ਰਹੇ ਸੀ। ਕਿਉਂਕਿ ਇਸ ਦੁਨੀਆ ਦੇ ਵਿੱਚ ਆਉਣਾ, ਇੱਕ ਮਨੁੱਖੀ ਜਾਮੇ ਦੇ ਵਿੱਚ ਆਉਣਾ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ, ਇਹ ਸਾਡੀ ਜ਼ਰੂਰਤ ਸੀ। ਉਹਨਾਂ ਨੇ ਸਾਡੇ ਲਈ ਇੱਕ ਆਮ ਇਨਸਾਨ ਵਾਲਾ ਜੀਵਨ ਬਿਤਾ ਕੇ, ਕਿਉਂਕਿ ਉਹ ਹਲ ਵੀ ਵਾਹੁੰਦੇ ਨੇ, ਉਹ ਮੋਦੀਖਾਨੇ 'ਚ ਨੌਕਰੀ ਵੀ ਕਰਦੇ ਨੇ, ਉਸ ਤਰੀਕੇ ਦਾ ਇੱਕ ਜੀਵਨ ਬਿਤਾ ਕੇ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਵਾਸਤੇ ਪਰੇਸ਼ਾਨ ਵੀ ਹੁੰਦੇ ਨੇ, ਹੈ ਨਾ, ਔਰ ਬਕਾਇਦਾ ਉਹਨਾਂ ਨੂੰ ਮੱਝਾਂ ਵੀ ਚਰਾਉਣੀਆਂ ਪੈਂਦੀਆਂ, ਹਰ ਤਰੀਕੇ ਦਾ ਜੋ ਇੱਕ ਆਮ ਇਨਸਾਨ ਕੰਮ ਕਰਦਾ। ਉਹ ਨਾਰਾਇਣ ਜੋ ਆਪ ਇਸ ਜੱਗ 'ਤੇ ਆਇਆ ਸੀ, ਉਹਨਾਂ ਨੇ ਸਾਨੂੰ ਉਹ ਆਪਣੇ ਉਸ ਜੀਵਨ ਸ਼ੈਲੀ ਦੇ ਵਿੱਚੋਂ ਦੀ ਉਹ ਬਕਾਇਦਾ ਉਹਨਾਂ ਘਟਨਾਵਾਂ ਦੇ ਵਿੱਚੋਂ ਦੀ ਨਿਗਾਹ ਕੇ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ। ਔਰ ਉਸ ਪ੍ਰੈਕਟੀਕਲ ਦੇ ਵਿੱਚੋਂ ਹੀ ਉਹਨਾਂ ਨੇ ਫਿਰ ਬਾਣੀ ਰਚੀ ਔਰ ਬਾਣੀ ਦੇ ਵਿੱਚ ਸਾਡੇ ਲਈ ਉਹਨਾਂ ਨੇ ਨਿਯਮ ਨਿਰਧਾਰਿਤ ਕਰ ਦਿੱਤੇ। ਜੋ ਆਪਾਂ ਪਹਿਲਾ ਨਿਯਮ ਸਮਝਿਆ ਸੀਗਾ ਉਹ ਸੀਗਾ ਵਿਵੇਕ ਬੁੱਧੀ ਦਾ, ਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੀ ਜਿਹੜੀ ਘਟਨਾ ਹੁੰਦੀ ਹੈ, ਜਦੋਂ ਉਹ ਪਾਂਧੇ ਦੇ ਪਾਸ ਪੜ੍ਹਨੇ ਜਾਂਦੇ ਨੇ ਤਾਂ ਉਸ ਘਟਨਾ ਦੇ ਵਿੱਚੋਂ ਜੋ ਨਿਕਲ ਕੇ ਆਉਂਦਾ ਉਹ ਪੱਟੀ ਲਿਖੀ ਆਉਂਦੀ ਆ। ਹੁਣ ਪਾਂਧੇ ਦੇ ਪਾਸ ਪੜ੍ਹਨ ਜਾਣ ਵਾਲੀ ਘਟਨਾ ਨੂੰ ਅਗਰ ਆਪਾਂ ਆਈਸੋਲੇਸ਼ਨ ਦੇ ਵਿੱਚ ਸਮਝਾਂਗੇ ਤਾਂ ਸ਼ਾਇਦ ਸਾਡੀ ਗੱਲ ਨਹੀਂ ਬਣਨੀ, ਪਰ ਜਦੋਂ ਅਸੀਂ ਉਹਨੂੰ ਪੱਟੀ ਲਿਖੀ ਦੇ ਨਾਲ ਇਕੱਠਾ ਕਰਕੇ ਦੇਖਣ ਦੀ ਕੋਸ਼ਿਸ਼ ਕਰਾਂਗੇ, ਨਾਲ ਸਮਝਾਂਗੇ, ਤਾਂ ਸਾਨੂੰ ਸਮਝ ਆਊਗਾ ਕਿ ਗੁਰੂ ਨਾਨਕ ਪਾਤਸ਼ਾਹ ਦਰਅਸਲ ਸਾਨੂੰ ਕਹਿ ਕੀ ਰਹੇ ਨੇ। ਉਹਨਾਂ ਨੇ ਸਾਡੇ ਲਈ ਨਿਯਮ ਕੀ ਨਿਰਧਾਰਿਤ ਕੀਤਾ, ਅਤੇ ਉਹ ਨਿਯਮ ਜੋ ਉਹਨਾਂ ਨੇ ਨਿਰਧਾਰਿਤ ਕੀਤਾ ਉਹ ਹੈ ਵਿਵੇਕ ਬੁੱਧੀ ਦਾ। ਇੱਕ ਸਿੱਖ ਦੇ ਲਈ ਗੁਰੂ ਨਾਨਕ ਵੱਲੋਂ ਵਿਵੇਕ ਬੁੱਧੀ ਦਾ ਜਿਹੜਾ ਹੈ ਉਹ ਨਿਯਮ ਦੇ ਦਿੱਤਾ ਗਿਆ। ਹੁਣ ਇਹ ਜਿਹੜਾ ਨਿਯਮ ਹੈ, ਨਿਯਮ ਕੀ ਹੁੰਦੇ ਨੇ? ਨਿਯਮ ਉਹ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਆਲਟਰ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਆਪਾਂ ਆਪਣੀ ਮਰਜ਼ੀ ਦੇ ਮੁਤਾਬਿਕ ਚੇਂਜ ਨਹੀਂ ਕਰ ਸਕਦੇ। ਸੋ ਇੱਕ ਗੈਰ ਸਿੱਖ ਲਈ ਉਹ ਵਿਵੇਕੀ ਹੋਵੇ ਜਾਂ ਨਾ ਹੋਵੇ, ਉਹ ਉਹਨਾਂ ਦੀ ਗੱਲ ਹੋ ਸਕਦੀ, ਉਹਨੂੰ ਮਾਫੀ ਮਿਲ ਸਕਦੀ ਹੈ, ਪਰ ਇੱਕ ਸਿੱਖ ਨੂੰ ਵਿਵੇਕੀ ਹੋਣਾ ਬੇਹੱਦ ਜ਼ਰੂਰੀ ਆ, ਕਿਉਂਕਿ ਇਹ ਸਾਡੇ ਗੁਰੂ ਦਾ ਨਿਯਮ ਹੈ। ਹੁਣ ਇਸੇ ਵਿਵੇਕਤਾ ਦੇ ਵਿੱਚ ਜਿਹਨੂੰ ਆਪਾਂ ਮੈਥਮੈਟਿਕਸ ਵਿੱਚ ਜਦੋਂ ਦੇਖੀਏ ਤਾਂ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਕਹਿੰਦੇ ਹੁੰਦੇ ਆ ਕਿ ਇਹ ਇੰਪੋਰਟੈਂਟ ਆ, ਇਸ ਤੋਂ ਬਿਨਾਂ ਗੱਲ ਬਣ ਨਹੀਂ ਸਕਦੀ। ਹੁਣ ਇਹਦਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਕੀ ਆ, ਇਹ ਆਪਾਂ ਗੱਲ ਵੈਸੇ ਕਰ ਚੁੱਕੇ ਪਿਛਲੀ ਵਾਰੀ ਵੀ, ਪਰ ਫਿਰ ਵੀ ਕਿ ਜਦੋਂ ਵੀ ਅਗਰ ਮੈਂ ਹੀ ਤੁਹਾਨੂੰ ਕਹਾਂ ਕਿ ਕੋਈ ਬਹੁਤ ਬ੍ਰਹਮ ਗਿਆਨੀ ਨੇ ਜਾਂ ਕਿਸੇ ਨੂੰ ਮੈਂ ਮਹਾਨ ਗਿਆਨੀ ਕਹਾਂ, ਜਾਂ ਮੈਂ ਕਿਸੇ ਤਰੀਕੇ ਦੇ ਵੀ ਵਿਸ਼ੇਸ਼ਣ ਲਾ ਕੇ ਕਿਸੇ ਨੂੰ ਸੰਤ ਦੀ ਪਦਵੀ ਦੇਵਾਂ, ਜਾਂ ਮੈਂ ਕਿਸੇ ਨੂੰ ਕੋਈ ਬਹੁਤ ਵੱਡੀ ਇਸ ਤਰੀਕੇ ਦੀ ਕੋਈ ਬਾਬਾ ਜੀ ਦੀ ਪਦਵੀ ਦੇਣੀ ਚਾਹਾਂ, ਅਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ, ਉਹ ਬਹੁਤ ਪਹੁੰਚੇ ਹੋਏ ਸੰਤ ਨੇ ਜੀ, ਉਹ ਬਹੁਤ ਬ੍ਰਹਮ ਗਿਆਨੀ ਨੇ। ਹੁਣ ਇਹ ਗੱਲ ਮੈਂ ਕਹਿਤੀ, ਮੇਰੇ ਕੋਲੋਂ ਇਹ ਗੱਲ ਤੁਹਾਡੇ ਤੱਕ ਸਿਰਫ ਇਨਫੋਰਮੇਸ਼ਨ ਦੇ ਰੂਪ 'ਚ ਪਹੁੰਚਣੀ ਚਾਹੀਦੀ ਆ, ਨਾ ਕਿ ਮਾਨਤਾ ਦੇ ਰੂਪ ਦੇ ਵਿੱਚ। ਇਹ ਨਹੀਂ ਕਿ ਕਿਰਨਪ੍ਰੀਤ ਨੇ ਕਿਹਾ ਅਤੇ ਇਸ ਕਰਕੇ ਅਸੀਂ ਵੀ ਮੰਨ ਲਈਏ ਔਰ ਇਸੇ ਚੀਜ਼ ਨੂੰ ਅਸੀਂ ਅੱਗੇ ਅਸੀਂ ਵੀ ਉਸ ਬਾਬਾ ਜੀ ਨੂੰ ਅਸੀਂ ਬ੍ਰਹਮ ਗਿਆਨੀ ਕਹਿਣਾ ਸ਼ੁਰੂ ਕਰ ਦਈਏ। ਉਹ ਸਿੱਖ ਨਹੀਂ ਹੋ ਸਕਦਾ।
ਕਿਉਂਕਿ ਸਿੱਖ ਨੇ ਵਿਵੇਕ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਉਸ ਜਿਹੜਾ ਜਿਹਨੂੰ ਮੈਂ ਬ੍ਰਹਮ ਗਿਆਨੀ ਕਹਿ ਰਹੀ ਹਾਂ, ਤੁਸੀਂ ਉਸ ਨੂੰ ਉਹਦੇ ਬਕਾਇਦਾ ਉਸ ਦੀ ਜੀਵਨ ਸ਼ੈਲੀ ਨੂੰ, ਉਸ ਦੇ ਕਿਰਦਾਰ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣਾ ਹੈ। ਔਰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣ ਤੋਂ ਬਾਅਦ ਜੇ ਤਾਂ ਉਹ ਗੁਰਬਾਣੀ ਦੇ ਅਕੋਰਡਿੰਗ, ਜੇ ਤਾਂ ਉਹ ਗੁਰਮਤ ਦੇ ਅਕੋਰਡਿੰਗ ਉਹ ਸਹੀ ਹੈ ਤਾਂ ਸ਼ਾਇਦ, ਔਰ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੇ ਵਿੱਚ ਫਿੱਟ ਬੈਠ ਰਿਹਾ, ਫਿਰ ਤਾਂ ਸ਼ਾਇਦ ਤੁਸੀਂ ਮੰਨ ਲਓ। ਪਰ ਅਗਰ ਉਹ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ ਤਾਂ ਤੁਸੀਂ ਸਿਰਫ ਮੇਰੇ ਕਹਿਣ ਦੇ ਉੱਤੇ ਮੰਨੋਗੇ ਨਹੀਂ। ਇਹ ਵਿਵੇਕਤਾ ਹੈ। ਹੁਣ ਇਹ ਇਕੱਲੀ ਕਿਸੇ ਹੋਰ ਵਾਸਤੇ ਨਹੀਂ ਹੈ, ਇਹ ਵੀ ਗੱਲ ਆਪਾਂ ਪਿਛਲੀ ਵਾਰੀ ਕੀਤੀ ਸੀ ਕਿ ਇਹ ਸਿਰਫ ਇਹ ਨਹੀਂ ਕਿ ਤੁਸੀਂ ਮੈਨੂੰ ਅਤੇ ਮੈਂ ਤੁਹਾਨੂੰ ਜੱਜ ਕਰਾਂ ਜਾਂ ਗੁਰਬਾਣੀ ਦੀ ਕਸਵੱਟੀ ਮੈਂ ਸਿਰਫ ਤੁਹਾਡੇ ਲਈ ਲਾਵਾਂ, ਤੁਸੀਂ ਸਿਰਫ ਮੇਰੇ ਲਈ ਲਾਓ। ਇਹ ਨਹੀਂ, ਗੁਰਬਾਣੀ ਦੀ ਕਸਵੱਟੀ ਜਿੰਨੀ ਗੈਰਾਂ ਵਾਸਤੇ ਲੱਗਣੀ ਉਨੀ ਖੁਦ ਵਾਸਤੇ ਵੀ ਲੱਗਣੀ ਹੈ। ਜਿੰਨੀ ਮੈਂ ਲੋਕਾਂ ਵਾਸਤੇ ਗੁਰਬਾਣੀ ਦੀ ਕਸਵੱਟੀ ਲਾਉਣੀ ਉਨੀ ਮੈਨੂੰ ਖੁਦ ਵਾਸਤੇ ਵੀ ਲਾਉਣੀ ਪਊਗੀ। ਅਗਰ ਮੈਨੂੰ ਇਹ ਹੰਕਾਰ, ਔਰ ਹੰਕਾਰ ਹੋਊਗਾ ਹੀ ਨਹੀਂ ਜੇ ਗੁਰਬਾਣੀ ਦੀ ਕਸਵੱਟੀ ਲੱਗ ਜੇ, ਫਿਰ ਹੰਕਾਰ ਨਹੀਂ ਹੋਊਗਾ, ਕਿਉਂਕਿ ਫਿਰ ਸਮਝ ਆ ਜਾਊਗੀ ਕਿ ਆਪਣੀ ਔਕਾਤ ਕਿੰਨੀ ਕਾ। ਪਰ ਅਗਰ ਮੈਨੂੰ ਕਿਤੇ ਇਹ ਹੰਕਾਰ ਹੋ ਜੇ ਕਿ ਗਿਆਨ ਬਹੁਤ ਆ ਜੀ, ਤਾਂ ਫਿਰ ਮੈਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਆਪਣਾ ਗਿਆਨ ਪਰਖਣਾ ਪਊਗਾ ਵਿਵੇਕ ਬੁੱਧੀ ਦੇ ਵਿੱਚੋਂ, ਜੇ ਮੈਂ ਸਿੱਖਾਂ ਤੇ। ਔਰ ਮੈਨੂੰ ਸਮਝਣਾ ਪਊਗਾ ਕਿ ਗੁਰੂ ਨਾਨਕ ਗਿਆਨ ਕਹਿੰਦੇ ਕਿਹਨੂੰ ਨੇ, ਔਰ ਕਿਆ ਮੇਰਾ ਗਿਆਨ ਉਸ ਕਸਵੱਟੀ ਉੱਤੇ ਪੂਰਾ ਖਰਾ ਉਤਰਦਾ। ਜੇ ਤਾਂ ਗੁਰੂ ਨਾਨਕ ਦੀ ਡੈਫੀਨੇਸ਼ਨ ਦੇ ਵਿੱਚ ਮੇਰਾ ਗਿਆਨ ਫਿੱਟ ਬੈਠਦਾ, ਫਿਰ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਕਰ ਸਕਦੀ ਹਾਂ। ਅਤੇ ਜੇ ਗੁਰੂ ਨਾਨਕ ਦੀ ਕਸਵੱਟੀ ਉੱਤੇ ਮੇਰਾ ਗਿਆਨ ਖਰਾ ਨਹੀਂ ਉਤਰਦਾ ਤਾਂ ਮੈਂ ਗਿਆਨੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ, ਕਿਸੇ ਹਾਲਤ ਵਿੱਚ ਨਹੀਂ ਕਰ ਸਕਦੀ। ਔਰ ਇਹ ਇੰਪੋਰਟੈਂਟ ਆ, ਇਹ ਗੱਲ ਬਹੁਤ ਇੰਪੋਰਟੈਂਟ ਆ, ਇਹਨੂੰ ਸਮਝਣਾ ਬਹੁਤ ਇੰਪੋਰਟੈਂਟ ਆ। ਹੁਣ ਇਸੇ ਤਰੀਕੇ ਨਾਲ ਹੀ ਜਿਹੜੀ ਆਪਾਂ ਗੱਲ ਜਿਹੜੀ ਬ੍ਰਹਮ ਗਿਆਨੀਆਂ ਦੀ ਗੱਲ ਕੀਤੀ ਸੀਗੀ, ਤਾਂ ਉਸੇ ਤਰੀਕੇ ਨਾਲ ਹੀ ਤੁਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਹੀ ਅਸੀਂ ਬ੍ਰਹਮ ਗਿਆਨੀਆਂ ਨੂੰ ਵੀ ਪਰਖਣਾ, ਉਹਨਾਂ ਦੇ ਜੀਵਨ ਕਾਲ ਨੂੰ ਪਰਖਣਾ ਕਿ ਉਹ ਕੀ ਜੋ ਕਹਿ ਰਹੇ ਨੇ, ਕਿਆ ਉਹ ਸਾਡੇ ਗੁਰੂ ਨੇ ਸਾਨੂੰ ਦਿੱਤਾ ਜਾਂ ਸਾਡੇ ਗੁਰੂ ਨੇ ਉਹ ਕਿਹਾ। ਉਸ ਤੋਂ ਅਗਲੀ ਗੱਲ ਜਿਹੜੀ ਇਹ ਗੱਲ ਹੈ ਕਿ ਵਿਵੇਕ ਬੁੱਧੀ ਜਿਹੜੀ ਆ ਉਹ ਸਾਡਾ ਪਹਿਲਾ ਨਿਯਮ ਹੈ। ਹੁਣ ਇਸੇ ਨਿਯਮ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਉਸ ਤੋਂ ਉੱਪਰ ਸਾਡੇ ਵਾਸਤੇ ਜਿਹੜੇ ਸਾਡੇ ਰੂਲਸ ਨੇ ਉਹ ਬਕਾਇਦਾ ਨਿਰਧਾਰਿਤ ਕਰ ਦਿੰਦੇ ਨੇ। ਜੋ ਸਿੱਖ ਧਰਮ ਦੇ ਰੂਲ ਨੇ, ਜੋ ਨਿਯਮ ਨੇ, ਉਹ ਨਿਰਧਾਰਿਤ ਕਰ ਦਿੰਦੇ ਨੇ। ਜੇ ਤਾਂ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਕਰ ਰਹੇ ਹਾਂ, ਫਿਰ ਤਾਂ ਅਸੀਂ ਗੁਰੂ ਨਾਨਕ ਦੇ ਵੱਲ ਨੂੰ ਮੂੰਹ ਕਰਕੇ ਗੁਰੂ ਨਾਨਕ ਵੱਲ ਨੂੰ ਕਦਮ ਵਧਾ ਰਹੇ ਹਾਂ। ਫਿਰ ਗੁਰੂ ਨਾਨਕ ਪਾਤਸ਼ਾਹ ਜ਼ਰੂਰ ਟੁੱਟਣਗੇ ਔਰ ਜ਼ਰੂਰ ਸਾਡੇ ਵੱਲ ਨੂੰ ਆਉਣਗੇ। ਪਰ ਜੇਕਰ ਅਸੀਂ ਉਹਨਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਾਂ, ਅਸੀਂ ਉਹ ਨਿਯਮ ਮੰਨਦੇ ਹੀ ਨਹੀਂ, ਤਾਂ ਫਿਰ ਅਸੀਂ ਇਹ ਭੁੱਲ ਜਾਈਏ ਕਿ ਗੁਰੂ ਨਾਨਕ ਪਾਤਸ਼ਾਹ ਕਦੀ ਸਾਡੇ 'ਤੇ ਤਰਸ ਖਾਣਗੇ। ਹੁਣ ਇਹਦੇ ਵਿੱਚ ਹੀ ਇਸੇ ਵਿਵੇਕ ਬੁੱਧੀ ਦੇ ਵਿੱਚ ਜਿਹੜਾ ਮੈਂ ਜਿਵੇਂ ਮੈਂ ਹੁਣੇ ਕਿਹਾ ਕਿ ਆਧਾਰ ਬਣਾ ਕੇ ਉਹ ਰੂਲਸ ਦਿੰਦੇ ਨੇ। ਪਿਛਲੀ ਵਾਰੀ ਆਪਾਂ ਇੱਕ ਰੂਲ ਡਿਸਕਸ ਕੀਤਾ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚ ਦੂਜੀ ਘਟਨਾ ਹੁੰਦੀ ਆ ਕਿ ਉਹ ਜਿਹੜੀ ਉਪਨੈਣ ਦੀ ਵਿਧੀ ਹੁੰਦੀ ਆ, ਉਸ ਉਪਨੈਣ ਜਿਹਦੇ ਵਿੱਚ ਉਹ ਜਨੇਊ ਪਾਉਣਾ ਆ, ਤਾਂ ਗੁਰੂ ਨਾਨਕ ਪਾਤਸ਼ਾਹ ਬਕਾਇਦਾ ਉਸਨੂੰ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ, ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਜੀ ਕੇ ਸਾਨੂੰ ਉਹ ਦੱਸਦੇ ਨੇ ਕਿ ਇਹ ਜਿਹੜੀ ਵਿਧੀ ਹੈ ਉਹ ਔਰ ਉਹਨਾਂ ਦੀ ਪ੍ਰੋਬਲਮ ਵਿਧੀ ਨਾਲ ਨਹੀਂ, ਪਰ ਉਸ ਵਿਵੇਕ ਬੁੱਧੀ ਨੂੰ ਆਧਾਰ ਬਣਾ ਕੇ ਉਹ ਸਾਨੂੰ ਇੱਕ ਰੂਲ ਦਿੰਦੇ ਨੇ। ਰੂਲ ਕੀ ਆ? ਹੁਣ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਕੀ ਨੇ? ਉਹ ਵਿਵੇਕਤਾ ਦੀ ਗੱਲ ਕਰਦੇ ਨੇ, ਜੋ ਉਸ ਵਿਵੇਕ ਬੁੱਧੀ ਦੇ ਉੱਤੇ ਉਸ ਜਨੇਊ ਪਾਉਣ ਦੀ ਰੀਤ ਨੂੰ ਪਰਖਦੇ ਨੇ। ਤਾਂ ਉਹ ਸਵਾਲ ਕਰਦੇ ਨੇ, ਸਵਾਲ ਦੇ ਜਵਾਬ ਦੇ ਵਿੱਚ ਜਿਹੜਾ ਪੰਡਿਤ ਜੀ ਨੇ ਉਹ ਜਵਾਬ ਦਿੰਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਉਸ ਜਵਾਬ ਜਿਹੜਾ ਉਹ ਕਹਿੰਦੇ ਨੇ ਕਿ ਜੇ ਮੇਰੀ ਭੈਣ ਦੇ ਨਹੀਂ ਪਾ ਸਕਦੇ ਤਾਂ ਮੇਰੇ ਵੀ ਨਹੀਂ ਪਾਉਣਾ। ਇਹ ਗੱਲ ਆਪਾਂ ਪਿਛਲੇ ਹਫ਼ਤੇ ਕੀਤੀ ਸੀਗੀ, ਪਿਛਲੇ ਐਪੀਸੋਡ ਦੇ ਵਿੱਚ, ਕਿ ਸਾਨੂੰ ਉਹਨਾਂ ਨੇ ਉੱਥੇ ਰੂਲ ਦੇ ਦਿੱਤਾ, ਫਸਟ ਰੂਲ, ਐਂਡ ਦੈਟ ਇਜ਼ ਜੈਂਡਰ ਇਕੁਐਲਿਟੀ। ਔਰ ਮੈਂ ਆਪ ਸਭ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਜੈਂਡਰ ਇਕੁਐਲਿਟੀ ਨੂੰ ਗੁਰੂ ਨਾਨਕ ਵੱਲੋਂ ਦਿੱਤਾ ਹੋਇਆ ਇੱਕ ਰੂਲ ਮੰਨ ਕੇ ਜ਼ਰਾ ਪਰਖਣ ਦੀ ਕੋਸ਼ਿਸ਼ ਕਰਿਓ ਜੇ ਆਪਣੇ ਆਪ ਨੂੰ, ਕਿਉਂਕਿ ਆਪਾਂ ਆਪਣੀ ਸਵੈ ਪੜਚੋਲਤਾ ਕਰੀਏ ਨਾ। ਔਰ ਮੈਂ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਡਾਇਰੀ ਲਾ ਲਈਏ ਆਪਾਂ ਸਾਰੇ ਹੀ। ਉਸ ਡਾਇਰੀ ਦੇ ਵਿੱਚ ਨਿਯਮ ਨੰਬਰ 1 ਵਿਵੇਕ, ਨਿਯਮ ਨੰਬਰ 2 ਜੈਂਡਰ ਇਕੁਐਲਿਟੀ। ਔਰ ਆਪਾਂ ਇਹ ਦੇਖੀਏ ਕਿ ਹਰ ਇੱਕ ਹਫ਼ਤਾ ਇੱਕ ਵਾਸਤੇ, ਇੱਕ ਟਰੇਟ ਵਾਸਤੇ ਜਾਂ ਇੱਕ ਨਿਯਮ ਵਾਸਤੇ
ਰੱਖ ਲਈਏ ਔਰ ਉਹ ਪੂਰਾ ਹਫ਼ਤਾ ਆਪਾਂ ਇਸ ਚੀਜ਼ ਨੂੰ ਸਮਝਦੇ ਜਾਈਏ ਕਿ ਕਿਆ ਅਸੀਂ ਗੁਰੂ ਨਾਨਕ ਵੱਲੋਂ ਨਿਰਧਾਰਿਤ ਕੀਤੇ ਉਸ ਜਿਹੜਾ ਨਿਯਮ ਹੈ ਉਹਦੇ ਉੱਪਰ ਖਰੇ ਉਤਰ ਰਹੇ ਹਾਂ। ਗੱਲ ਹੋਈ ਸੀਗੀ ਜੈਂਡਰ ਇਕੁਐਲਿਟੀ ਦੀ, ਜੋ ਆਪਾਂ ਪਿਛਲੇ ਹਫ਼ਤੇ ਕੀਤੀ ਸੀਗੀ, ਔਰ ਮੈਂ ਕੁਛ ਪੁਆਇੰਟਰਸ ਆਪ ਸਭ ਨੂੰ ਦਿੱਤੇ ਸੀਗੇ ਕਿ ਆਪਾਂ ਇਹਦੇ ਉੱਤੇ ਦੇਖ ਲਈਏ। ਜੇ ਸਾਨੂੰ ਲੱਗੇ ਵੀ ਕਿ ਨਹੀਂ ਜੀ ਮੈਂ ਤਾਂ ਗੁਰੂ ਨਾਨਕ ਦਾ ਬਹੁਤ ਪੱਕਾ ਸਿੱਖ ਹਾਂ, ਤਾਂ ਦੇਖੀਏ ਕਿ ਗੁਰੂ ਨਾਨਕ ਦਾ ਜਿਹੜਾ ਪਹਿਲਾ ਨਿਯਮ ਸੀਗਾ ਜੈਂਡਰ ਇਕੁਐਲਿਟੀ ਦਾ, ਕਿਆ ਆਪਾਂ ਉਹਦੇ ਉੱਤੇ ਖਰੇ ਉਤਰ ਰਹੇ ਹਾਂ, ਕਿਆ ਆਪਾਂ ਉਹਨੂੰ ਫੋਲੋ ਕਰ ਰਹੇ ਹਾਂ, ਕਿਆ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਵਸਾਇਆ ਹੋਇਆ। ਮੈਂ ਕੁਝ ਪੁਆਇੰਟਰਸ ਦਿੱਤੇ ਸੀਗੇ ਜਿਹਦੇ ਬੇਸ ਦੇ ਉੱਪਰ ਮੈਂ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਕਿ ਆਪਾਂ ਇਹ ਹਫ਼ਤਾ ਪੂਰਾ ਆਪਣੇ ਆਪ ਦੇ ਨਾਲ ਕੌਨਸ਼ੀਅਸ ਹੋ ਕੇ ਦੇਖੀਏ ਕਿ ਅਸੀਂ ਇਹ ਪੁਆਇੰਟਰਸ ਕਿੰਨੀ ਕੁ ਵਾਰ ਰਿਪੀਟ ਕਰਦੇ ਹਾਂ, ਕਿੰਨੀ ਕੁ ਵਾਰੀ ਅਸੀਂ ਇਹ ਕਹਿੰਦੇ ਹਾਂ ਕਿ ਉਹਦੀ ਤਾਂ ਮੱਤ ਜਨਾਨੀਆਂ ਵਾਲੀ ਆ, ਉਹ ਤਾਂ ਜਨਾਨੀਆਂ ਵਰਗਾ। ਕਿੰਨੀ ਕੁ ਵਾਰੀ ਅਸੀਂ ਕਿਸੇ ਨੂੰ ਹੀਣ ਭਾਵਨਾ ਦਾ ਅਹਿਸਾਸ ਕਰਾਉਂਦੇ ਹਾਂ ਜਨਾਨੀ ਕਹਿ ਕੇ ਕਿ ਚੱਲ ਜਨਾਨੀ ਜਿਹਾ ਕਹਿ ਦਿੰਦੇ ਆ ਨਾ, ਜਨਾਨੀ ਹੋਣਾ ਐਡਾ ਮਾੜਾ ਹੈ। ਅਤੇ ਜੇ ਨਹੀਂ ਤਾਂ ਫਿਰ ਇਹ ਕਹਿਣਾ ਕਿਉਂ? ਕਿਉਂਕਿ ਅਸੀਂ ਮੰਨਦੇ ਹਾਂ ਕਿ ਜਨਾਨੀ ਹੋਣਾ ਮਾੜਾ ਆ, ਤਾਂ ਹੀ ਆਪਾਂ ਬੰਦਿਆਂ ਨੂੰ ਲਾਮਾ ਦਿੰਦੇ ਚੱਲ ਜਨਾਨੀ ਜਿਹਾ। ਔਰ ਜਿਸ ਔਰਤ ਨੂੰ ਕਹਿਣਾ ਹੋਵੇ ਕਿ ਤੂੰ ਬਹੁਤ ਤਗੜੀ ਆ, ਤੂੰ ਬਹੁਤ ਸਟਰੋਂਗ ਆ, ਤਾਂ ਉਹਨੂੰ ਕਹਿੰਦੀ ਤਾਂ ਬੰਦਿਆਂ ਵਰਗੀ ਆ। ਸੋ ਆਪਾਂ ਇਹ ਡਿਸਪੈਰਿਟੀ, ਇਹ ਡਿਸਇਕੁਐਲਿਟੀ ਦੇ ਵਿੱਚ ਆਪਣੇ ਆਪ ਹੀ ਪੈ ਜਾਂਦੇ ਹਾਂ, ਕਿਉਂਕਿ ਅਸੀਂ ਇੱਕ ਨਿਰਧਾਰਿਤ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ। ਇੱਕ ਤਰ੍ਹਾਂ ਦੀਆਂ ਆਪਾਂ ਉਹਨਾਂ ਦੇ ਵਿੱਚ ਔਰਤ ਨੂੰ ਹਮੇਸ਼ਾ ਹੀ ਹੀਣ ਭਾਵਨਾ ਔਰ ਮਰਦ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਸੁਪੀਰੀਅਰ ਕਰਕੇ ਮੰਨਣਾ, ਇਹ ਸਾਡੀ ਸੋਚ ਦੇ ਵਿੱਚ ਜੜ ਹੋ ਗਿਆ। ਮੈਂ ਫੈਮਿਨਿਸਟ ਨਹੀਂ, ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ, ਮੈਂ ਕੋਈ ਫੈਮਿਨਿਸਟ ਨਹੀਂ, ਰਾਦਰ ਮੈਂ ਫੈਮਿਨਿਜ਼ਮ ਦੀ ਗੱਲ ਹੀ ਨਹੀਂ ਕਰਦੀ ਹੁੰਦੀ, ਕਿਉਂਕਿ ਐਕਸਟਰੀਮ ਹਰ ਚੀਜ਼ ਦਾ ਮਾੜਾ ਹੁੰਦਾ ਆ। ਸੋ ਪਰ ਫਿਰ ਵੀ ਜੋ ਮੈਂ ਗੱਲ ਕਰ ਰਹੀ ਹਾਂ, ਮੈਂ ਗੁਰੂ ਨਾਨਕ ਦੇ ਦਿੱਤੇ ਹੋਏ ਨਿਯਮ ਦੀ ਗੱਲ ਕਰ ਰਹੀ ਹਾਂ। ਔਰ ਮੈਂ ਇੱਥੋਂ ਆਪ ਸਭ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਪੂਰਾ ਹਫ਼ਤਾ ਇਹ ਕੋਖੀਏ ਕਿ ਕਿੰਨੀ ਕੁ ਵਾਰੀ ਅਸੀਂ ਇਹ ਗਲਤੀ ਕਰਦੇ ਹਾਂ, ਕਿੰਨੀ ਕੁ ਵਾਰੀ ਅਸੀਂ ਔਰਤ ਨੂੰ ਹੀਣ ਕਰਕੇ ਜਾਣਦੇ ਹਾਂ, ਇਹ ਤਾਂ ਜਨਾਨੀਆਂ ਦੇ ਕੰਮ ਹੈ, ਕਿੰਨੀ ਕੁ ਵਾਰੀ ਆਪਾਂ ਇਹ ਗੱਲ ਕਰਦੇ ਹਾਂ। ਪਰ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਪੁਆਇੰਟਰ ਮੇਰੇ ਕੋਲੋਂ ਮਿਸ ਹੋ ਗਿਆ ਸੀਗਾ। ਉਹ ਪੁਆਇੰਟਰ ਮੈਂ ਅੱਜ ਦੇਣਾ ਚਾਹੁੰਦੀ ਹਾਂ, ਔਰ ਇਸੇ ਪੁਆਇੰਟਰ ਦੇ ਉੱਤੇ ਮੈਂ ਆਪ ਸਭ ਨੂੰ ਰਿਕੁਐਸਟ ਕਰੂੰਗੀ ਕਿ ਅੱਗੇ ਚੱਲਦੇ ਹੋਏ ਇਹ ਗੱਲ ਕਰਦੇ ਜਾਇਓ ਜੇ, ਔਰ ਇਸ ਹਫ਼ਤੇ ਦੇ ਵਿੱਚ ਇਸ ਪੁਆਇੰਟਰ ਦੇ ਉੱਤੇ ਵੀ ਧਿਆਨ ਦਿਓ। ਉਹ ਪੁਆਇੰਟਰ ਕੀ ਹੈ ਕਿ ਤੁਸੀਂ ਅਗਰ ਵਿਰਸੇ ਦੀ ਗੱਲ ਕਰੀਏ ਨਾ, ਆਪਾਂ ਪੰਜਾਬੀ ਵਿਰਸਾ, ਕਿਉਂਕਿ ਬਹੁਤ ਵਾਰੀ ਮੈਂ ਇਹ ਗੱਲ ਕਹਿ ਚੁੱਕੀ ਹਾਂ ਕਿ ਪੰਜਾਬੀ ਵਿਰਸਾ ਅਤੇ ਸਿੱਖ ਵਿਰਸਾ ਸੇਮ ਨਹੀਂ ਹੈਗੇ, ਪਰ ਆਪਾਂ ਇਹਨਾਂ ਨੂੰ ਇਕੱਠਿਆਂ ਕਰ ਦਿੱਤਾ ਕਿਉਂਕਿ ਸਿੱਖ ਵਿਰਸੇ ਦੇ ਵਿੱਚ ਜੈਂਡਰ ਇਕੁਐਲਿਟੀ ਹੈ। ਸਿੱਖ ਵਿਰਸੇ ਦੇ ਵਿੱਚ ਗੁਰੂ ਨਾਨਕ ਕਹਿੰਦੇ ਨੇ, ਕਿਉਂਕਿ ਸਿੱਖਾਂ ਦਾ ਵਿਰਸਾ ਗੁਰੂ ਨਾਨਕ ਤੋਂ ਸ਼ੁਰੂ ਹੁੰਦਾ, ਤਾਂ ਗੁਰੂ ਨਾਨਕ ਕਹਿੰਦੇ ਨੇ ਕਿ ਜੈਂਡਰ ਇਕੁਐਲਿਟੀ ਹੈ, ਜੈਂਡਰ ਇਕੁਐਲਿਟੀ ਹੀ ਜ਼ਰੂਰੀ ਹੈ। ਉਹ ਨਿਯਮ ਹੈ, ਸਭ ਤੋਂ ਪਹਿਲਾ ਨਿਯਮ ਜੈਂਡਰ ਇਕੁਐਲਿਟੀ ਦਾ ਹੈ। ਤਾਂ ਸਿੱਖਾਂ ਦੇ ਵਿਰਸੇ ਦੇ ਵਿੱਚ ਜੈਂਡਰ ਇਕੁਐਲਿਟੀ ਹੈ, ਪਰ ਪੰਜਾਬ ਦੇ ਵਿਰਸੇ ਦੇ ਵਿੱਚ ਜਾਂ ਪੰਜਾਬੀ ਵਿਰਸੇ ਦੇ ਵਿੱਚ, ਜਾਂ ਇਹਨੂੰ ਇੰਝ ਕਹਿ ਲਓ ਕਿ ਪੂਰੀ ਦੁਨੀਆ ਦੇ ਹੀ ਵਿਰਸੇ ਦੇ ਵਿੱਚ ਇਹ ਗੱਲ ਹੈ ਕਿ ਜਿੰਨੀਆਂ ਵੀ ਗਾਲਾਂ ਨੇ ਉਹ ਸਾਰੀਆਂ ਧੀਆਂ, ਮਾਵਾਂ ਅਤੇ ਭੈਣਾਂ ਵਾਸਤੇ ਰਾਖਵੀਆਂ ਨੇ, ਅਤੇ ਜਿੰਨੀਆਂ ਵੀ ਅਸੀਸਾਂ ਨੇ ਉਹ ਸਾਰੀਆਂ ਆਦਮੀਆਂ, ਭਰਾਵਾਂ, ਪਿਤਾ, ਉਹਨਾਂ ਸਾਰਿਆਂ ਵਾਸਤੇ ਰਾਖਵੀਆਂ ਨੇ। ਜਦੋਂ ਵੀ ਕਿਸੇ ਭੈਣ ਨੂੰ ਅਸੀਸ ਦੇਣੀ ਹੁੰਦੀ ਆ, ਕਿਸੇ ਨੇ ਕਹਿਣਾ ਹੁੰਦਾ ਕਿ ਕੋਈ ਭੈਣ ਜਿਹੜੀ ਆ ਉਹ ਰੱਖੜੀ ਬੰਨ੍ਹਦੀ ਹੈ, ਤਾਂ ਕਹਿੰਦੇ ਜੀ, ਜਾਂ ਕੋਈ ਵੀ ਚੰਗਾ ਕੰਮ ਕਰੇ ਤਾਂ ਉਹਨੂੰ ਕਹਿੰਦੇ ਨੇ ਤੇਰੇ ਭਰਾ ਦੀ ਲੰਬੀ ਉਮਰ ਹੋਵੇ, ਰੱਬ ਤੈਨੂੰ ਵੀਰ ਦੇਵੇ। ਤਾਂ ਮੇਰਾ ਕਹਿਣ ਦਾ ਮਤਲਬ ਬਿਲਕੁਲ ਇਹ ਨਹੀਂ ਆ ਕਿ ਇਹ ਨਹੀਂ ਹੋਣਾ ਚਾਹੀਦਾ, ਪਰ ਜਦੋਂ ਵੀਰ ਕੁਛ ਚੰਗਾ ਕੰਮ ਕਰੇ ਤਾਂ ਉਹਨੂੰ ਵੀ ਤਾਂ ਫਿਰ ਇਹੀ ਕਹਿਣਾ ਚਾਹੀਦਾ ਨਾ ਕਿ ਤੇਰੀ ਭੈਣ ਦੀ ਲੰਮੀ ਉਮਰ ਹੋਵੇ, ਰੱਬ ਤੈਨੂੰ ਭੈਣ ਦੇਵੇ। ਆਪਾਂ ਇਹ ਗੱਲਾਂ ਕਹਿਣ ਤੋਂ ਡਰਦੇ ਹਾਂ। ਸੋ ਅਸੀਸਾਂ ਆਦਮੀਆਂ ਲਈ ਰਾਖਵੀਆਂ ਨੇ, ਪਰ ਜਦੋਂ ਅਸੀਂ ਕਿਸੇ ਨੂੰ ਤਿਰਸਕਾਰ ਕਰਨਾ ਹੁੰਦਾ, ਕਿਸੇ ਦੀ ਇਨਸਲਟ ਕਰਨੀ ਹੁੰਦੀ ਆ, ਤਾਂ ਅਸੀਂ ਉਹਨੂੰ ਗਾਲਾਂ ਵੀ ਉਹ ਦਿੰਦੇ ਹਾਂ ਜੋ ਸਾਡੇ ਰਿਸ਼ਤੇ ਨੇ। ਇਹ ਹੁਣ ਤੁਸੀਂ ਆਪ ਦੇਖ ਲਓ ਕਿ ਇੱਕ ਤਾਂ ਮਾਮਾ ਜੀ ਦਾ ਬਹੁਤ ਇੰਪੋਰਟੈਂਟ ਰਿਸ਼ਤਾ ਹੁੰਦਾ ਸਾਡੇ ਲੋਕਾਂ ਦੇ ਵਾਸਤੇ। ਇਸੇ ਤਰੀਕੇ ਨਾਲ ਹੀ ਜਿਹੜੀ ਵਾਈਫ ਹੈ ਉਹਦੇ ਬ੍ਰਦਰ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਆ। ਕਿਉਂ? ਉਹਨੇ ਗੁਨਾਹ ਕੀ ਕੀਤਾ, ਪਰ ਉਹਦਾ ਜਿਹੜਾ ਰਿਸ਼ਤਾ ਹੈ ਉਹਨੂੰ ਇੱਕ ਗਾਲ ਦੇ ਵਾਂਗੂ ਲਿਆ ਗਿਆ। ਇਹ ਕਿਉਂ ਲਿਆ ਗਿਆ ਇਹ ਤੁਸੀਂ ਸਾਰੇ ਸੋਚਦੇ ਰਹੋ, ਪਰ ਬਹੁਤ ਇੰਪੋਰਟੈਂਟ ਆ ਕਿ ਇਹਨੂੰ ਆਪ ਸਮਝਿਆ ਜਾਵੇ ਕਿ ਇਹ ਡਿਸਪੈਰਿਟੀ ਆ। ਹੁਣ ਆਪਣੇ ਆਪ ਦੇ ਵਿੱਚ ਇਹ ਸੋਚਦੇ ਜਾਇਓ ਜੇ ਪੂਰਾ ਹਫ਼ਤਾ ਕਿ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਗਾਲ ਕੱਢੀ ਆ, ਆਪਣੇ ਦਿਲ 'ਚ ਚਾਹੇ ਕੱਢੀ ਹੋਵੇ, ਪਰ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਗਾਲ ਕੱਢੀ ਔਰ ਉਹ ਧੀ, ਮਾਂ ਅਤੇ ਭੈਣ ਦੀ ਗਾਲ ਸੀਗੀ। ਔਰ ਕਿੰਨੀ ਵਾਰੀ ਤੁਸੀਂ ਕਿਸੇ ਨੂੰ ਅਸੀਸ ਦਿੱਤੀ ਹੈ ਅਤੇ ਉਹ ਭੈਣ, ਉਹ ਭਰਾ ਦੀ ਜਾਂ ਉਹਦੇ ਪਤੀ ਦੀ ਜਾਂ ਉਹਦੇ ਪਿਤਾ ਦੇ ਵਾਸਤੇ ਅਸੀਸ ਸੀਗੀ।
ਕਿੰਨੀ ਵਾਰੀ ਆਪਾਂ ਇਹ ਕੀਤਾ, ਇਹਨੂੰ ਆਪਾਂ ਦੇਖੀਏ, ਆਪਣੇ ਆਪ ਨੂੰ ਘੋਖੀਏ। ਸੋ ਫਿਰ ਸਾਨੂੰ ਸਮਝ ਲੱਗੂਗੀ ਕਿ ਅਸੀਂ ਕਿਆ ਗੁਰੂ ਨਾਨਕ ਦੀ ਸਿੱਖੀ ਦੇ ਨੇੜੇ ਤੇੜੇ ਵੀ ਹਾਂ। ਚਾਹੇ ਸਾਡਾ ਕੋਈ ਕਿੱਡਾ ਵੀ ਵੱਡਾ ਦੁਸ਼ਮਣ ਹੋਏ, ਚਾਹੇ ਕੋਈ ਐਸਾ ਬੰਦਾ ਹੋਏ ਜਿਸਨੇ ਸਾਡਾ ਸਾਰਾ ਹੀ ਨੁਕਸਾਨ ਕਰ ਦਿੱਤਾ, ਪਰ ਫਿਰ ਵੀ ਉਸ ਦੀ ਭੈਣ ਨੂੰ, ਕਿਉਂਕਿ ਜੇ ਸਾਡੇ 'ਚ ਹਿੰਮਤ ਆ ਤਾਂ ਉਹਦੇ ਨਾਲ ਟੱਕਰਾਂਗੇ, ਉਸ ਬੰਦੇ ਨੂੰ ਪੁੱਛਾਂਗੇ, ਉਹਦੇ ਨਾਲ ਗੱਲ ਕਰਾਂਗੇ। ਪਰ ਆਪਾਂ ਉਹ ਨਹੀਂ ਕਰਦੇ, ਅਸੀਂ ਗਾਲ ਕੱਢਦੇ ਹਾਂ ਉਹਦੀ ਭੈਣ ਨੂੰ। ਕਿਉਂਕਿ ਭੈਣ ਨੂੰ ਕੱਢਾਂਗੇ, ਉਹਦੀ ਮਾਂ ਨੂੰ ਕੱਢਾਂਗੇ, ਉਹਦੀ ਧੀ ਨੂੰ ਕੱਢਾਂਗੇ। ਕਿਉਂਕਿ ਸਾਨੂੰ ਪਤਾ ਆ ਕਿ ਉਹ ਸਭ ਤੋਂ ਵੀਕ ਪੁਆਇੰਟ ਆ। ਸੋ ਬੇਸਿਕਲੀ ਅਸੀਂ ਜਿਹੜੀਆਂ ਇਹ ਬਾਈਨਰੀਜ਼ ਬਣੀਆਂ ਨਾ, ਆਦਮੀ ਔਰਤ, ਉਹਨਾਂ ਦੇ ਵਿੱਚ ਫਿੱਟ ਬੈਠੇ ਹੋਏ ਹਾਂ। ਤੋ ਜੇ ਅਗਰ ਅਸੀਂ ਬੈਠੇ ਹੋਏ ਹਾਂ ਤਾਂ ਅਸੀਂ ਸਿੱਖ ਨਹੀਂ ਹੋ ਸਕਦੇ, ਕਿਉਂਕਿ ਪਹਿਲੀ ਜਿਹੜਾ ਨਿਯਮ ਹੀ ਗੁਰੂ ਪਾਤਸ਼ਾਹ ਦਿੰਦੇ ਨੇ ਉਹ ਜੈਂਡਰ ਇਕੁਐਲਿਟੀ ਦਾ ਦਿੰਦੇ ਨੇ। ਖੈਰ, ਆਪਾਂ ਅੱਗੇ ਚੱਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਜੀਵਨ ਕਾਲ ਦੀ ਜਿਹੜੀ ਘਟਨਾ ਹੈ, ਉਹਦੇ ਵਿੱਚ ਇੱਕ ਤਾਂ ਨਿਯਮ ਜਿਹੜਾ ਜੈਂਡਰ ਇਕੁਐਲਿਟੀ ਦਾ ਆ ਗਿਆ। ਨਾਲ ਹੀ ਜਦੋਂ ਆਪਾਂ ਉਹਨੂੰ ਬਾਣੀ ਦੀ ਲਾਈਟ 'ਚ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਦੱਸਦੇ ਨੇ, ਉਹ ਇਹ ਨਹੀਂ ਕਹਿੰਦੇ ਕਿ ਮੈਨੂੰ ਜਨੇਊ ਨਾਲ ਨਫ਼ਰਤ ਆ। ਇਹ ਨਹੀਂ ਉਹ ਕਹਿੰਦੇ, ਕਦੀ ਵੀ ਨਹੀਂ ਕਹਿੰਦੇ ਕਿ ਜਨੇਊ ਨਾਲ ਮੈਨੂੰ ਬਹੁਤ ਨਫ਼ਰਤ ਆ। ਪਰ ਜਦੋਂ ਅਸੀਂ ਸਿਰਫ ਜਨੇਊ ਪਾਉਣ ਵਾਲੀ ਘਟਨਾ ਨੂੰ ਆਈਸੋਲੇਸ਼ਨ ਦੇ ਵਿੱਚ ਵੇਖਾਂਗੇ ਤਾਂ ਸਾਨੂੰ ਇੰਝ ਲੱਗੂਗਾ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਮੈਂ ਜਨੇਊ ਨਹੀਂ ਪਾਉਣਾ। ਪਰ ਗੁਰੂ ਨਾਨਕ ਪਾਤਸ਼ਾਹ ਦੱਸਦੇ ਵੀ ਆ ਕਿ ਜੇ ਜਨੇਊ ਪਾਉਣਾ ਹੀ ਆ ਤਾਂ ਕਿਹੜਾ ਪਾਉਣਾ ਆ। ਹੁਣ ਉਹ ਜਨੇਊ ਦਿਖਣਾ ਨਹੀਂ, ਪਰ ਉਹ ਜਨੇਊ ਤੁਹਾਡੇ ਅੰਦਰ ਹੋ ਜਾਣਾ ਆ। ਉਹ ਕੀ ਆ? ਉਹ ਕਹਿੰਦੇ ਨੇ ਕਿ ਦਇਆ ਕਪਾ ਸੰਤੂਖ ਸੁਤ ਜਤ ਗੰਢੀ ਸਤ ਵਟ, ਇਹ ਜਨੇਊ ਜੀਆ ਕਾ ਹੈ ਤਾਂ ਭਾਂਡੇ ਕੱਥ। ਔਰ ਇਹੀ ਵਾਲਾ ਜਨੇਊ ਕਿਉਂਕਿ ਨਾ ਇਹ ਟੁੱਟੇ ਨਾਮਾ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਉਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਤੁਸੀਂ ਜੇ ਉਸ ਪੰਡਿਤ ਨੂੰ ਹੀ ਕਹਿੰਦੇ ਨੇ ਕਿ ਜੇ ਤੇਰੇ ਕੋਲ ਐਸਾ ਜਨੇਊ ਹੈ ਨਾ ਜਿਹਦੇ ਵਿੱਚ ਸੰਤੋਖ ਜਿਹੜਾ ਆ ਉਹ ਦਇਆ ਕਪਾ ਆ, ਸੰਤੋਖ ਦੀ ਸੂਤ ਵੱਟੀ ਹੋਈ ਆ, ਜਤ ਗੰਢੀ ਆ ਔਰ ਸੱਤ ਵੱਟ ਆ, ਉਹਦਾ ਸੱਚ ਮਤਲਬ ਟਰੂਥ, ਉਹਦੀ ਉਹ ਵੱਟ ਦਿੱਤਾ ਹੋਇਆ, ਐਸਾ ਜਨੇਊ ਹੈ ਤਾਂ ਕੱਥ। ਔਰ ਕਿਉਂਕਿ ਨਾ ਉਹਨੇ ਜਲਣਾ, ਨਾ ਉਹਨੇ ਸੜਨਾ, ਉਹ ਹਮੇਸ਼ਾ ਨਾਲ ਰਹਿਣਾ ਹੈ। ਔਰ ਉਹ ਮਾਨਸ ਧਨ ਹੈ ਜਿਹੜਾ ਐਸਾ ਜਨੇਊ ਧਾਰਨ ਕਰ ਲੈਂਦਾ। ਤੋ ਇਹਦੇ ਵਿੱਚ ਉਹਨਾਂ ਨੇ ਜਨੇਊ ਨਾਲ ਨਫ਼ਰਤ ਨਹੀਂ ਕਿਤੇ ਵੀ ਦਿਖਾਈ, ਕਿਉਂਕਿ ਗੁਰੂ ਨਾਨਕ ਦੇ ਘਰ 'ਚ ਤਾਂ ਨਫ਼ਰਤ ਦਾ ਮਤਲਬ ਹੀ ਨਹੀਂ। ਨਿਰਵੈਰ ਵਰਗੀ ਜਿਹੜੀ ਫਿਲੋਸਫੀ ਆ, ਉਹ ਇੱਕ ਸ਼ਬਦ ਦੇ ਵਿੱਚ ਐਡੀ ਵੱਡੀ ਫਿਲੋਸਫੀ ਦੇ ਦੇਣਾ, ਦੋ ਸ਼ਬਦਾਂ ਦੇ ਵਿੱਚ ਪੂਰੀ ਦੁਨੀਆ ਦੀਆਂ ਜਿਹੜੀਆਂ ਪ੍ਰੋਬਲਮਸ ਉਹਨਾਂ ਦਾ ਸੋਲਿਊਸ਼ਨ, ਨਿਰਭਉ ਨਿਰਵੈਰ, ਦੋ ਅੱਖਰਾਂ ਦੇ ਵਿੱਚ ਪੂਰੀ ਦੁਨੀਆ ਦਾ ਸੋਲਿਊਸ਼ਨ ਦੱਸ ਦੇਣਾ, ਇਹ ਸਿਰਫ ਗੁਰੂ ਨਾਨਕ ਦਾ ਘਰ ਹੀ ਕਰ ਸਕਦਾ ਸੀ। ਪਰ ਐਸੇ ਗੁਰੂ ਦੇ ਦਿਲ 'ਚ ਕਦੀ ਕਿਸੇ ਲਈ ਦਵੇਸ਼, ਨਫ਼ਰਤ ਹਾਂ, ਪਰ ਵਿਵੇਕ ਬੁੱਧੀ ਦੇ ਉੱਤੇ ਉਹ ਪਰਖਣਗੇ ਜ਼ਰੂਰ ਕਿ ਜੇ ਮੈਂ ਜਨੇਊ ਪਾਉਣਾ ਤਾਂ ਮੇਰਾ ਹੁੰਦਾ ਕੀ ਆ। ਵਿਵੇਕ ਬੁੱਧੀ ਦੇ ਉੱਤੇ ਆ ਕੇ ਉਹ ਪਰਖਣਗੇ ਜ਼ਰੂਰ, ਨਫ਼ਰਤ ਨਹੀਂ ਕਰਨਗੇ ਪਰ ਪਰਖਣਗੇ ਜ਼ਰੂਰ ਕਿ ਜੇ ਮੈਂ ਜਨੇਊ ਪਾ ਲੈਣਾ ਤਾਂ ਮੈਂ ਇੱਕ ਧਰਮ 'ਚ ਆ ਜਾਂਦਾ, ਮੇਰੀ ਭੈਣ ਉਸ ਧਰਮ 'ਚ ਨਹੀਂ ਆਉਂਦੀ। ਕਿਉਂ? ਜੇ ਮੈਂ ਜਨੇਊ ਪਾ ਲੈਣਾ ਤਾਂ ਮੈਂ ਕੁਛ ਲੋਕ ਜੋ ਜਨੇਊ ਨਹੀਂ ਧਾਰਨ ਕਰ ਸਕਦੇ ਉਹਨਾਂ ਤੋਂ ਸੁਪੀਰੀਅਰ ਹੋ ਜਾਣਾ। ਕਿਉਂ? ਇਹ ਗੱਲਾਂ ਗੁਰੂ ਨਾਨਕ ਪਰਖਣਗੇ ਜ਼ਰੂਰ, ਔਰ ਪਰਖਣ ਤੋਂ ਬਾਅਦ ਜਵਾਬ ਦੇਣਗੇ ਕਿ ਮੈਨੂੰ ਕੈਸਾ ਜਨੇਊ ਚਾਹੀਦਾ। ਔਰ ਉਹ ਜਨੇਊ ਨਜ਼ਰ ਨਹੀਂ ਆਊਗਾ, ਉਹ ਰੋਸ਼ਨ ਹੋਊਗਾ। ਠੀਕ ਹੈ ਜੀ। ਤਾਂ ਇਹ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਸ ਜਵਾਬ ਦੇ ਵਿੱਚ ਅਗਲੇ ਜਿਹੜੇ ਰੂਲ ਨੇ ਉਹ ਨਿਰਧਾਰਿਤ ਕੀਤੇ। ਉਹ ਰੂਲ ਕਿਹੜੇ ਨੇ? ਦਇਆ, ਸੰਤੋਖ, ਜਤ ਤੇ ਸੱਤ। ਦਇਆ, ਸੰਤੋਖ, ਜਤ, ਸੱਤ, ਇਹ ਉਹਨਾਂ ਨੇ ਸਾਨੂੰ ਜਿਹੜੇ ਨੇ ਉਹ ਰੂਲ ਦਿੱਤੇ। ਹੁਣ ਆਪਾਂ ਜਿਹੜੀ ਗੱਲ ਕਰਨੀ ਆ ਉਹ ਪਹਿਲੇ ਰੂਲ ਦੀ ਗੱਲ ਹੈ ਕਿ ਉਹਨਾਂ ਨੇ ਸਾਨੂੰ ਦਿੱਤਾ ਕਿ ਦਇਆ। ਹੁਣ ਗੁਰੂ ਨਾਨਕ ਪਾਤਸ਼ਾਹ ਔਰ ਇਸ ਹਫਤੇ ਦਾ ਸਾਡਾ ਜਿਹੜਾ ਹੋਮਵਰਕ ਹੈ, ਉਹ ਜਿਹੜੀ ਆਪਾਂ ਹੁਣੇ ਮੈਂ ਤੁਹਾਨੂੰ ਇੱਕ ਜਿਹੜਾ ਜੈਂਡਰ ਇਕੁਐਲਿਟੀ ਦਾ ਪੁਆਇੰਟਰ ਦੇ ਕੇ ਹਟੀ ਹਾਂ, ਉਹਦੇ ਨਾਲ ਦਇਆ ਦਾ ਵੀ ਸਾਡੇ ਕੋਲ ਇੱਕ ਇਸ ਹਫਤੇ ਦਾ ਹੋਮਵਰਕ ਇਹ ਹੈ। ਅਸੀਂ ਇਹ ਦੇਖਣਾ ਕਿ ਅਸੀਂ ਦਇਆ ਕਿੰਨੀ ਕੁ ਵਾਰੀ ਅਸੀਂ ਗੁਰੂ ਨਾਨਕ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਦਇਆ ਕਿਆ ਸਾਡੇ ਵਿੱਚ ਹੈਗੀ ਆ, ਕਿੰਨੀ ਕੁ ਵਾਰੀ ਅਸੀਂ ਇਸ ਨਿਯਮ ਦਾ ਪਾਲਣ ਨਹੀਂ ਕੀਤਾ। ਹੁਣ ਉਸ ਤੋਂ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ ਕਿ ਦਇਆ ਹੈ ਕੀ, ਗੁਰੂ ਨਾਨਕ ਕਿਸ ਨੂੰ ਦਇਆ ਕਹਿੰਦੇ ਆ। ਹੁਣ ਗੁਰਬਾਣੀ ਦੇ ਜ਼ਰੀਏ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਕਿ ਦਇਆ ਕੀ ਹੈ। ਗੁਰੂ ਨਾਨਕ ਪਾਤਸ਼ਾਹ ਸ਼ੁਰੂ ਕਰਦੇ ਨੇ, ਧੌਲ ਧਰਮ ਦਇਆ ਕਾ ਪੂਤ। ਧੌਲ ਧਰਮ ਦਇਆ ਕਾ ਪੂਤ। ਗੁਰੂ ਨਾਨਕ ਦੀ ਜਿਹੜੀ ਬਾਣੀ ਆ,
ਜਦੋਂ ਮੈਂ ਗੁਰੂ ਨਾਨਕ ਕਹਾਂ ਤਾਂ ਗੁਰੂ ਗ੍ਰੰਥ ਸਾਹਿਬ ਪੂਰੇ ਨੂੰ ਹੀ ਸਮਝਿਆ ਕਰੋ, ਕਿਉਂਕਿ ਗੁਰੂ ਨਾਨਕ ਸਾਹਿਬ ਹੋਣ, ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਹੋਣ, ਜਿਨ੍ਹਾਂ ਦੀ ਬਾਣੀ ਵਿੱਚ ਹੈ ਵੀ ਨਹੀਂ ਦਰਜ, ਪਰ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਆ। ਜਿਹੜੀ ਵੀ ਬਾਣੀ ਮੈਂ ਕੋਟ ਕਰਦੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਮਤਲਬ ਗੁਰੂ ਨਾਨਕ ਦੀ ਬਾਣੀ ਹੈ, ਇਹ ਅਲੱਗ ਨਹੀਂ ਹੈ। ਤਾਂ ਇਸ ਕਰਕੇ ਕਦੀ ਵੀ ਮੇਰੇ ਅਗਰ ਮੈਂ ਕੋਈ ਬਾਣੀ ਦੇ ਵਿੱਚ ਬੋਲਾਂ ਗੁਰੂ ਨਾਨਕ ਪਾਤਸ਼ਾਹ ਬੋਲ ਰਹੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਹੀ ਬੋਲ ਰਹੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲ ਰਹੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਹੀ ਬੋਲ ਰਹੇ ਨੇ, ਗੁਰੂ ਹਰਕ੍ਰਿਸ਼ਨ ਬੋਲ ਰਹੇ ਨੇ, ਗੁਰੂ ਗ੍ਰੰਥ ਸਾਹਿਬ ਹੀ ਬੋਲ ਰਹੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ। ਹੁਣ ਇਹ ਸਮਝਣਾ ਬੜਾ ਜ਼ਰੂਰੀ ਆ। ਉਹ ਕਹਿੰਦੇ ਨੇ ਕਿ ਜੇ ਇਸ ਦੁਨੀਆ ਦੇ ਵਿੱਚ ਕੋਈ ਧੌਲ ਹੈ ਜਿਸ ਦੇ ਸਿਰ ਦੇ ਉੱਤੇ ਜਿਹੜੀ ਆ ਜਾਂ ਜਿਸ ਦੇ ਸਿੰਘਾਂ ਦੇ ਉੱਤੇ ਧਰਤੀ ਟਿਕੀ ਹੋਈ ਆ, ਕਿਉਂਕਿ ਉਹਨਾਂ ਨੇ ਗੁਰੂ ਨਾਨਕ ਨੇ ਸਾਨੂੰ ਜਿੰਨੀ ਵੀ, ਮੈਂ ਪਹਿਲਾਂ ਹੀ ਕਹਿ ਚੁੱਕੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਾਡੇ ਆਮ ਲੋਕਾਂ ਦੇ ਹਿਸਾਬ ਨਾਲ ਜੀ ਕੇ ਸਾਨੂੰ ਦਿਖਾਇਆ ਆ। ਸੋ ਜਦੋਂ ਧੌਲ ਦੀ ਗੱਲ ਕਰਦੇ ਨੇ, ਕਿਉਂਕਿ ਉਹ ਇਹ ਲੋਕ ਕਥਾਵਾਂ ਦੇ ਵਿੱਚ ਸੀ ਔਰ ਉਹ ਲੋਕ ਕਥਾਵਾਂ ਦੇ ਵਿੱਚੋਂ ਹੀ ਤੱਥ ਚੁੱਕਦੇ ਨੇ ਕਿ ਜੇ ਕੋਈ ਧੌਲ ਹੈ ਜਿਹਦੇ ਸਿਰ ਦੇ ਉੱਤੇ ਧਰਤੀ ਖੜੀ ਹੈ ਤਾਂ ਉਹ ਕੌਣ ਹੈ? ਧਰਮ। ਧੌਲ ਧਰਮ, ਔਰ ਉਹ ਧਰਮ ਕੌਣ ਹੈ? ਦਇਆ ਕਾ ਪੂਤ, ਉਹ ਦਇਆ ਦਾ ਪੂਤ ਹੈ। ਸੋ ਦਇਆ ਹੋਊਗੀ ਤਾਂ ਧਰਮ ਹੋਊਗਾ। ਸੋ ਪਹਿਲੀ ਜਿਹੜੀ ਐਲੀਜੀਬਿਲਿਟੀ ਹੈ ਧਰਮ ਦੇ ਹੋਣ ਦੇ ਲਈ ਉਹ ਹੈ ਦਇਆ ਦਾ ਹੋਣਾ। ਜੇਕਰ ਦਇਆ ਨਹੀਂ ਹੈ ਤਾਂ ਧਰਮ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਦੇ ਅਕੋਰਡਿੰਗ ਜਿਹੜਾ ਧਰਮ ਹੈ ਉਹ ਦਇਆ ਕਾ ਪੂਤ ਹੈ। ਸੋ ਧੌਲ ਧਰਮ ਦਇਆ ਕਾ ਪੂਤ ਕੌਣ ਹੈ? ਕੌਣ ਦਇਆ ਹੈ? ਕੌਣ? ਜੇ ਆਪਾਂ ਪੁੱਛੀਏ ਕਿ ਗੁਰੂ ਨਾਨਕ ਨੇ ਸਾਨੂੰ ਰੂਲ ਦੇ ਦਿੱਤਾ ਦਇਆ ਦਾ, ਅਤੇ ਦਇਆ ਹੈ ਕੌਣ? ਤਾਂ ਦਇਆ ਜਿਹੜੀ ਹੈ ਉਹ ਦਇਆ ਧਰਮ ਦਾ ਜਨਮਦਾਤਾ ਹੈ, ਜਾਂ ਕਹਿ ਲਈਏ ਕਿ ਦਇਆ ਹੀ ਧਰਮ ਦੀ ਜਨਮਦਾਤੀ ਹੈ ਨਾ। ਸੋ ਧੌਲ ਧਰਮ ਦਇਆ ਕਾ ਪੂਤ। ਹੁਣ ਉਸ ਤੋਂ ਅੱਗੇ ਜਿਹੜੀ ਗੱਲ ਆਉਂਦੀ ਆ ਉਹ ਆਉਂਦੀ ਆ ਕਿ ਗੁਰਬਾਣੀ 'ਚੋਂ ਦੱਸਦੇ ਨੇ ਕਿ ਜਿਸ ਦਾ ਪੁੱਤਰ ਧਰਮ ਹੈ, ਹੁਣ ਉਹ ਕਿਸ ਦਾ ਕਰੈਕਟਰ ਹੈ, ਕੌਣ ਹੈ? ਅੱਗੇ ਅਗਲੀ ਗੱਲ ਆਉਂਦੀ ਹੈ ਕਿ ਫਿਰ ਉਹ ਕਿਉਂਕਿ ਪਹਿਲੀ ਗੱਲ ਤਾਂ ਆ ਗਈ ਜਿਹੜੀ ਆਪਾਂ ਗੱਲ ਕਰ ਚੁੱਕੇ ਕਿ ਧੌਲ ਧਰਮ ਦਇਆ ਕਾ ਪੂਤ, ਕਿ ਧੌਲ ਧਰਮ ਜਿਹੜਾ ਹੈ ਉਹ ਦਇਆ ਕਾ ਪੂਤ ਹੈ ਨਾ। ਅਤੇ ਉਹ ਦਇਆ ਕੌਣ ਹੈ? ਹੁਣ ਉਹ ਦਇਆ ਦੀ ਗੱਲ, ਹੁਣ ਆਪਾਂ ਨੂੰ ਉਹ ਦਇਆ ਸਮਝਣੀ ਪਊ ਕਿ ਦਇਆ ਹੈ ਕੌਣ। ਤਾਂ ਗੁਰਬਾਣੀ ਦੱਸਦੀ ਹੈ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ। ਮਿਹਰਵਾਨ ਕਿਰਪਾਲ ਦਿਆਲਾ, ਉਹ ਦਿਆਲਾ, ਉਹ ਇੱਕ ਜੋ ਸਭਨਾਂ ਦੇ ਵਿੱਚ ਵਰਤ ਰਿਹਾ, ਉਹ ਦਇਆ ਹੈ, ਉਹ ਦਿਆਲ ਹੈ, ਔਰ ਉਹੀ ਦਇਆ ਹੈ, ਔਰ ਉਸੇ ਦਾ ਪੁੱਤਰ ਧਰਮ ਹੈ। ਠੀਕ ਹੈ ਜੀ, ਇਹ ਗੱਲ ਸਮਝਣੀ, ਇਹ ਬੜਾ ਇੰਟਰੀਕੇਟਡ ਔਰ ਇਕੱਠਾ ਇਹਨੂੰ ਸਮਝਣਾ ਜ਼ਰੂਰੀ ਆ ਕਿ ਧੌਲ ਅਗਰ ਕੋਈ ਹੈ ਜਿਸ ਦੇ ਸਿੰਘਾਂ ਦੇ ਉੱਤੇ ਜਿਹੜੀ ਆ ਧਰਤੀ ਖੜੀ ਆ, ਸਿੰਘਾਂ ਦਾ ਮਤਲਬ ਜਿਹਨੇ ਫੜਿਆ ਹੋਇਆ, ਜਿਹਨੇ ਧਰਤੀ ਨੂੰ ਸੰਭਾਲਿਆ ਹੋਇਆ, ਤਾਂ ਉਹ ਬੇਸਿਕਲੀ ਹੈ ਕਿ ਉਹ ਹੈ ਧਰਮ। ਔਰ ਧਰਮ ਕੌਣ ਹੈ? ਦਇਆ ਕਾ ਪੂਤ। ਅਤੇ ਦਇਆ ਕੌਣ ਹੈ? ਦਇਆ ਉਹ ਇੱਕ ਹੈ, ਉਸ ਮਿਹਰਬਾਨ ਦਾ ਨਾਮ ਹੈ, ਉਹ ਉਸ ਇੱਕ ਮਿਹਰਬਾਨ ਦਾ ਨਾਮ ਹੈ ਜੋ ਸ਼ਬਦ ਰੂਪ ਵਿੱਚ ਹਰ ਕਿਸੇ ਵਿੱਚ ਸਥਾਪਿਤ ਹੈ। ਉਸ ਨੂੰ ਉਹਨਾਂ ਨੇ ਦਇਆ ਕਿਹਾ, ਸਾਨੂੰ ਦੱਸਿਆ ਕਿ ਦਇਆ ਇਹ ਹੈ। ਹੁਣ ਅਗਲੀ ਗੱਲ ਆਉਂਦੀ ਹੈ ਕਿ ਦਇਆ ਨੂੰ ਆਪਾਂ ਅਗਰ ਸਮਝਣਾ ਹੋਵੇ ਤਾਂ ਦਇਆ ਬੇਸਿਕਲੀ ਹੈ ਕੀ? ਤਾਂ ਕਾਹਨ ਸਿੰਘ ਨਾਭਾ ਦੇ ਜਿਹੜਾ ਮਹਾਨ ਕੋਸ਼ ਹੈ ਉਹਦੇ ਵਿੱਚ ਜਿਹੜੀ ਆਉਂਦੀ ਜੋ ਉਹ ਡੈਫੀਨੇਸ਼ਨ ਦਿੰਦੇ ਨੇ, ਉਹ ਕਹਿੰਦੇ ਨੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਕਰੁਣਾ ਦਾ ਮਨ ਵਿੱਚ ਫੁੱਟਣਾ, ਇਹ ਦਇਆ ਹੈ। ਕਿਉਂਕਿ ਜਿਸ ਦੇ ਅੰਦਰ ਵੀ ਸ਼ਬਦ ਹੈ ਨਾ, ਹਰ ਕਿਸੇ ਦੇ ਅੰਦਰ ਵੈਸੇ ਸ਼ਬਦ ਤਾਂ ਚੱਲ ਹੀ ਰਿਹਾ, ਹਮੇਸ਼ਾ ਚੱਲ ਹੀ ਰਿਹਾ, ਪਰ ਜਿਸ ਦੇ ਅੰਦਰ ਵੀ ਉਹ ਥੋੜ੍ਹਾ ਜਿਹਾ ਵੀ ਜ਼ਾਹਰ ਹੈ, ਉਹ ਕਿਸੇ ਦੂਸਰੇ ਦਾ ਦੁੱਖ ਦੇਖ ਕੇ ਆਪ ਤਕਲੀਫ 'ਚ ਹੋ ਜਾਊਗਾ। ਉਹ ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ, ਉਹਦੇ ਅਥਰੂਆਂ ਨੂੰ ਦੇਖ ਕੇ ਉਹਦੇ ਦਿਲ ਦੇ ਵਿੱਚ ਇੱਕ ਕਰੁਣਾ ਜ਼ਰੂਰ ਆਊਗੀ। ਹੁਣ ਆਪਾਂ ਇਹ ਦੇਖ ਲਈਏ ਕਿ ਜਿਸ ਨੂੰ ਵੀ ਅਸੀਂ ਸੰਤ ਮਹਾਂਪੁਰਸ਼ ਜਾਂ ਕੁਛ ਵੀ ਕਹਿੰਦੇ ਹਾਂ, ਜਾਂ ਆਪਣੇ ਆਪ ਨੂੰ ਹੀ ਦੇਖ ਲਈਏ, ਕਿਆ ਸਾਡੇ ਅੰਦਰ ਕਰੁਣਾ ਉਤਪੰਨ ਹੁੰਦੀ ਆ? ਕਿਆ ਸਾਡੇ ਅੰਦਰ ਉਹ ਕਰੁਣਾ ਆਉਂਦੀ ਆ ਜਦੋਂ ਅਸੀਂ ਕਿਸੇ ਨੂੰ ਪ੍ਰੋਬਲਮ 'ਚ ਦੇਖਦੇ ਹਾਂ, ਕਿ ਅਸੀਂ ਉਹਨੂੰ ਇੰਜੋਏ ਕਰਦੇ ਹਾਂ? ਅਗਰ ਕੋਈ ਪ੍ਰੋਬਲਮ ਵਿੱਚ ਹੈ, ਜੇ ਤਾਂ ਅਸੀਂ ਉਹਨੂੰ ਇੰਜੋਏ ਕਰਦੇ ਹਾਂ, ਫਿਰ ਤਾਂ ਸਾਡਾ ਦਇਆ ਦੇ ਨਾਲ ਕੋਈ ਲੈਣ ਦੇਣ ਨਹੀਂ। ਅਤੇ ਜੇ ਸਾਡੇ ਅੰਦਰ ਇੱਕ ਕਰੁਣਾ ਦਾ ਭਾਵ ਉਤਪੰਨ ਹੁੰਦਾ ਆ, ਜੇ ਸਾਡੇ ਅੰਦਰ ਉਹ ਕਰੁਣਾ ਜਾਗਦੀ ਆ, ਸਾਨੂੰ ਲੱਗਦਾ ਸਾਨੂੰ ਤੇ ਦਇਆ, ਅਸੀਂ ਕੰਪੈਸ਼ਨੇਟ ਫੀਲ ਕਰਦੇ ਹਾਂ, ਅਗਰ ਅਸੀਂ ਕੰਪੈਸ਼ਨੇਟ ਹੈਗੇ ਹਾਂ, ਫਿਰ ਅਸੀਂ ਅੱਗੇ ਚੱਲ ਸਕਦੇ ਹਾਂ। ਔਰ ਦਇਆ ਦਾ ਹੋਣਾ ਤੁਹਾਡੀ ਸਿੱਖਾਂ ਦੇ ਵਾਸਤੇ, ਆਪਣੇ ਸਿੱਖ ਸੱਭਿਅਤਾ ਦੇ ਵਾਸਤੇ, ਸਿੱਖਾਂ ਦੇ ਵਾਸਤੇ ਗੁਰੂ ਨਾਨਕ ਦਾ ਨਿਯਮ ਹੈ।
ਅਨਕੰਪੈਸ਼ਨੇਟ ਹੁਣ ਹੁੰਦਾ ਕੌਣ ਹੈ, ਇਹ ਵੀ ਸਮਝ ਲੈਣਾ ਬਹੁਤ ਜ਼ਰੂਰੀ, ਕਿਉਂਕਿ ਦਇਆ ਨੂੰ ਸਮਝਣ ਵਾਸਤੇ ਜ਼ਰੂਰੀ ਆ ਇਹ ਸਮਝ ਲਿਆ ਜਾਵੇ ਕਿ ਜਿਹੜਾ ਦਇਆਵਾਨ ਨਹੀਂ ਆ ਉਹ ਕੌਣ ਹੈ। ਤਾਂ ਉਹ ਕੋਈ ਵੀ ਐਸਾ ਹੈ ਜਿਹਦੇ ਵਾਸਤੇ ਕਿਸੇ ਦੀਆਂ ਫੀਲਿੰਗਸ ਦੀ ਕੋਈ ਮਤਲਬ ਨਹੀਂ। ਕੋਈ ਰੋ ਰਿਹਾ, ਕੋਈ ਹੱਸ ਰਿਹਾ, ਉਹ ਆਪਣਾ ਕੰਮ ਕਰੀ ਜਾ ਰਿਹਾ, ਉਹ ਨਿਰਦਈ ਹੈ, ਉਹਦੇ ਵਿੱਚ ਦਇਆ ਨਹੀਂ। ਔਰ ਜਾਂ ਜਿਹਨੂੰ ਕਿਸੇ 'ਤੇ ਕੋਈ ਤਰਸ, ਕੋਈ ਰਹਿਮ ਨਹੀਂ ਆਉਂਦਾ, ਜਾਂ ਜਿਹੜਾ ਜਿਸਨੂੰ ਸਿਰਫ ਆਪਣਾ ਆਪ ਦਿਖਦਾ ਆ, ਉਹ ਨਿਰਦਈ ਆ ਔਰ ਉਹ ਦਇਆਵਾਨ ਨਹੀਂ। ਹੁਣ ਇਹ ਜਿਹੜੀ ਇੱਕ ਲਾਈਨ ਆਫ ਥਾਟ ਹੈ ਨਾ ਕਿ ਦਇਆ ਹੈ ਕੀ, ਦਇਆ ਕੌਣ ਹੈ, ਦਇਆ ਦੀ ਡੈਫੀਨੇਸ਼ਨ ਕੀ ਆ ਔਰ ਨਿਰਦਈ ਦੀ ਡੈਫੀਨੇਸ਼ਨ ਕੀ ਆ, ਇਹਨੂੰ ਆਪਣੇ ਦਿਮਾਗ 'ਚ ਰੱਖਦੇ ਰਹੀਏ ਤਾਂ ਕਿ ਆਪਾਂ ਨੂੰ ਜਦੋਂ ਆਪਣੇ ਆਪ ਨੂੰ ਘੋਖਣਾ ਪੈਣਾ ਨਾ ਤਾਂ ਆਪਾਂ ਇਹਨਾਂ ਲਾਈਨਾਂ ਦੇ ਉੱਪਰ ਘੋਖੀਏ। ਇਹ ਦੇਖੀਏ ਕਿ ਕਿੰਨੀ ਵਾਰ ਅਸੀਂ ਕਿਸੇ ਨੂੰ ਸਿਰਫ ਆਪਣੇ ਪਲੈਜ਼ਰ ਵਾਸਤੇ, ਕਿਉਂਕਿ ਮੈਂ ਖੁਸ਼ ਹਾਂ, ਮੇਰੀ ਰੋਟੀ ਪੱਕ ਰਹੀ ਹੈ, ਬਾਕੀ ਕਿਸੇ ਦੀ ਪੱਕੇ ਨਾ ਪੱਕੇ, ਅਸੀਂ ਇਸ ਤਰੀਕੇ ਨਾਲ ਆਪਣਾ ਰਵੱਈਆ ਰੱਖਿਆ। ਕਿੰਨੀ ਵਾਰ ਕੋਈ ਤੁਹਾਡੇ ਕੋਲ ਆਇਆ ਮਦਦ ਮੰਗਣ ਔਰ ਸਿਰਫ ਇਸੇ ਕਰਕੇ ਮਦਦ ਦੇਣੋਂ ਮਨਾ ਕੀਤਾ ਕਿ ਕਿਤੇ ਮੇਰੇ ਤੋਂ ਅੱਗੇ ਨਾ ਲੰਘ ਜੇ। ਇਹਨਾਂ ਗੱਲਾਂ ਨੂੰ ਆਪਾਂ ਆਪਣੇ ਨਾਲ ਦੇਖੀਏ ਔਰ ਆਪਣੇ ਆਪ ਦੇ ਜਿਹੜਾ ਹੋਮਵਰਕ ਹੈ ਉਹ ਇਸ ਹਫਤੇ ਕਰਦੇ ਜਾਈਏ, ਕਿਉਂਕਿ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਕਿਉਂਕਿ ਜਿਹੜਾ ਦਇਆਵਾਨ ਹੈ ਉਹ ਹਮੇਸ਼ਾ ਅਗਲੇ ਦੀ ਪੀੜਾ ਨੂੰ, ਅਗਲੇ ਦੀ ਫੀਲਿੰਗ ਨੂੰ ਸਮਝੂਗਾ। ਇਹੀ ਕਾਰਨ ਹੈ ਕਿ ਅਸੀਂ ਗੁਰੂ ਨਾਨਕ ਤੋਂ ਹਮੇਸ਼ਾ ਦਇਆ ਦੀ ਉਮੀਦ ਰੱਖਦੇ ਹਾਂ, ਜਾਂ ਅਸੀਂ ਉਸ ਇੱਕ ਤੋਂ ਜੋ ਦਇਆਵਾਨ ਹੈ ਹਮੇਸ਼ਾ ਦਇਆ ਦੀ ਉਮੀਦ ਰੱਖਦੇ ਹਾਂ। ਜੇਕਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸਾਨੂੰ ਕਹੀ ਆ ਕਿ ਗੁਰਬਾਣੀ ਹੋਣ ਦਾ ਹੁਨਰ ਜੇ ਉਹਨਾਂ ਨੇ ਸਿੱਖਾਂ ਨੂੰ ਦਿੱਤਾ ਹੈ, ਜਾਂ ਉਹਨਾਂ ਨੇ ਸਿੱਖਾਂ ਨੂੰ ਇਹ ਰਾਹ ਦਿਖਾਇਆ ਕਿ ਗੁਰਬਾਣੀ ਹੋ ਸਕਦੇ ਨੇ, ਗੁਰਬਾਣੀ ਬਣ ਸਕਦੇ ਨੇ, ਤਾਂ ਫਿਰ ਉਸ ਦਾ ਮਤਲਬ ਕੀ ਆ ਕਿ ਜਿਹੜਾ ਉਸ ਏਕੇ ਦਾ ਜਿਹੜਾ ਲੱਛਣ ਹੈ, ਜੋ ਉਸ ਏਕੇ ਦਾ ਕਰੈਕਟਰ ਹੈ, ਜੋ ਉਸ ਏਕੇ ਦਾ ਜਿਹੜਾ ਉਹਦੀ ਪਰਸਨੈਲਿਟੀ ਦਾ ਟਰੇਟ ਹੈ, ਦਇਆ, ਉਹ ਵੀ ਸਿੱਖਾਂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਬਕਾਇਦਾ, ਇਹ ਵੀ ਸਾਡੇ ਵਾਸਤੇ ਕੋਈ ਸਾਡੀ ਚੋਇਸ ਨਹੀਂ ਹੈ ਕਿ ਆਪਾਂ ਇਹਨੂੰ ਚੂਜ਼ ਕਰ ਲਈਏ, ਇਹ ਸਾਡੇ ਲਈ ਇੰਪੋਰਟੈਂਟ ਹੈ, ਸਾਨੂੰ ਹੁਕਮ ਹੈ। ਕੀ ਕਹਿੰਦੇ ਨੇ ਗੁਰੂ ਪਾਤਸ਼ਾਹ? ਕਹਿੰਦੇ ਨੇ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਲੈਟ ਸਪਿਰਿਚੁਅਲ ਵਿਜ਼ਡਮ ਬੀ ਯੋਰ ਫੂਡ ਐਂਡ ਕੰਪੈਸ਼ਨ ਯੋਰ ਅਟੈਂਡੈਂਟ। ਸੋ ਇਹ ਸਾਨੂੰ ਹੁਕਮ ਹੈ ਕਿ ਇਹ ਸਾਡੇ ਵਿੱਚ ਹੋਣਾ ਹੀ ਚਾਹੀਦਾ ਆ। ਭਗਤ ਗਿਆਨ ਦਇਆ ਭੰਡਾਰਨ ਇਹ ਹੋਣਾ ਚਾਹੀਦਾ ਸਾਡੇ ਵਿੱਚ। ਹੁਣ ਆਪਾਂ ਇਹਦੇ ਉੱਤੇ ਦੇਖ ਦਈਏ, ਆਪਾਂ ਇਸ ਪੂਰੇ ਹਫਤੇ ਇਹਨੂੰ ਸਮਝਦੇ ਜਾਈਏ ਜਾਂ ਆਪਣੇ ਆਪ ਨੂੰ ਘੋਖਦੇ ਜਾਈਏ, ਸਵੈ ਪੜਚੋਲ ਕਰੀਏ ਕਿ ਕਿਆ ਸਾਡੇ 'ਚ ਦਇਆ ਹੈ, ਕਿਆ ਅਸੀਂ ਇਸ ਟਰੇਟ ਨੂੰ, ਗੁਰੂ ਨਾਨਕ ਦੇ ਇਸ ਨਿਯਮ ਦੇ ਉੱਤੇ ਅਸੀਂ ਖਰੇ ਉਤਰ ਰਹੇ ਹਾਂ। ਅੱਜ ਦੀਆਂ ਜਿਹੜੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਇਹ ਜਿਹੜਾ ਹੋਮਵਰਕ ਆਪਾਂ ਇੱਕ ਦੂਸਰੇ ਨੂੰ ਦਿੱਤਾ, ਤੁਸੀਂ ਮੈਨੂੰ, ਮੈਂ ਤੁਹਾਨੂੰ, ਆਪਾਂ ਇਹਨੂੰ ਕਰੀਏ ਔਰ ਅਗਲੇ ਵਾਰੀ ਪੂਰੇ ਇੱਕ ਹਫਤੇ ਦੇ ਲਈ ਤੁਹਾਡੇ ਕੋਲ ਫੂਡ ਆਫ ਥਾਟ ਹੈ ਦਇਆ। ਔਰ ਇੱਕ ਜਿਹੜਾ ਮੈਂ ਪਹਿਲਾਂ ਪੁਆਇੰਟਰ ਦਿੱਤਾ ਸੀਗਾ, ਆਪਾਂ ਆਪਣੀ ਡਾਇਰੀ ਵਿੱਚੋਂ ਲਿਖਦੇ ਜਾਈਏ ਕਿ ਕਿੰਨੀ ਵਾਰੀ ਅਸੀਂ ਇਸ ਚੀਜ਼ ਤੋਂ ਭਟਕਦੇ ਹਾਂ। ਇੰਨੀਆਂ ਮੇਰੀਆਂ ਜਿਹੜੀਆਂ ਅੱਜ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ। ਭੁੱਲਾਂ ਚੁੱਕਾਂ ਦੀ ਖਿਮਾ। ਆਪਣੇ ਜਿਹੜੇ ਵਿਚਾਰ ਨੇ ਉਹ ਸਾਨੂੰ ਜ਼ਰੂਰ ਲਿਖਦੇ ਰਹੋ। ਤੁਹਾਡੀ ਹਰ ਇੱਕ ਮੇਲ ਬਹੁਤ ਇੰਪੋਰਟੈਂਟ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।